ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਤੈਂਡੀ ਬੰਦਸ ਮੈਂ ਕੋਈ ਨਾ ਡਿਠਾ, ਤੂੰ ਨਾਨਕ ਮਨ ਭਾਣਾ। ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਹੋਵੈ ਸਿਫਤ ਕਸਮ ਦੀ, ਨੂਰ ਅਰਸੋਂ ਕੁਰਸੋਂ ਚਟਿਐ। ਤੁਧ ਡਿਠੇ ਸੱਚੇ ਪਾਤਸ਼ਾਹੋ, ਮਲ ਜਨਮ ਜਨਮ ਦੀ ਕਟਿਐ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦੈ ਸਾਹੋ। ਜਿਸ ਪਾਸ ਬੈਠਿਆਂ ਸੋਹੀਐ, ਸਭਨਾਂ ਦਾ ਬੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਬਿਲਾਵਲ ਮਹੱਲਾ ਪੰਜਵਾ। ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਣ ਆਈ। ਚੌਗਿਰਦ ਹਮਾਰੈ ਰਾਮ ਕਾਰ, ਦੁਖ ਲੱਗੈ ਨ ਭਾਈ। ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਣ ਆਈ। ਚੌਗਿਰਦ ਹਮਾਰੈ ਰਾਮ ਕਾਰ, ਦੁਖ ਲੱਗੈ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵ ਲਾਈ। ਰਹਾਉ ਰਾਖ ਲੀਏ ਤਿਨ ਰਖਨ ਹਾਰ, ਸਭ ਵਿਆਧ ਮਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਰਾਖ ਲੀਏ ਤਿਨ ਰਖਨ ਹਾਰ, ਸਭ ਵਿਆਧ ਮਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਕਰਨ ਨਿਧਾਨ, ਦੀਨਾ ਬੰਧੂ ਪਤਿਤ ਪਾਵਨ। ਜਗਤ ਗੁਰੂ ਨਿਰੰਜਨੀ ਜੋਤ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚੋਂ ਸ਼ਬਦ ਦੀ ਵਿਚਾਰ ਕਰ ਰਹੇ ਹਾਂ। ਬਾਣੀ ਬਿਰਲੋ ਵਿਚਾਰ ਸੀ, ਜਿਉ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਬਾਸਾ ਹੋਏ। ਕਿਉਂਕਿ ਬਾਣੀ ਤਾਂ ਵਿਚਾਰਵਾਨਾਂ ਸਤਿਗੁਰਾਂ ਦੀ ਪਵਿੱਤਰ ਰੂਹਾਨੀ ਬਖਸ਼ਿਸ਼ ਹੈ। ਬਾਣੀ ਦੀ ਵਿਚਾਰ ਦੁਆਰਾ ਅਸੀਂ ਆਪਣੇ ਜੀਵਨ ਨੂੰ ਢਾਲਣਾ ਹੈ ਕਿ ਸਾਡਾ ਜੀਵਨ ਗੁਰਬਾਣੀ ਦੀ ਮਹਾਂਪੁਰਖਾਂ ਦੇ ਬਚਨਾਂ ਮੁਤਾਬਕ ਹੈ। ਜੇ ਤਾਂ ਹੈ, ਫਿਰ ਉਸ ਅਕਾਲ ਪੁਰਖ ਦਾ ਧੰਨਵਾਦ ਕਰੀਏ ਕਿ ਆਪ ਜੀ ਦੀ ਬੜੀ ਕਿਰਪਾ ਹੈ ਕਿ ਅਸੀਂ ਆਪ ਜੀ ਦੇ ਅਨੁਕੂਲ, ਆਪ ਜੀ ਦੀ ਕਿਰਪਾ ਨਾਲ ਚੱਲਣ ਵਿੱਚ ਸਮਰੱਥ ਹੋ ਰਹੇ ਹਾਂ। ਜੇ ਕਮੀ ਪੇਸ਼ੀ ਹੈ, ਫਿਰ ਵੀ ਘਬਰਾਉਣਾ ਨਹੀਂ, ਦਿਲ ਨਹੀਂ ਛੱਡਣਾ, ਹੌਸਲਾ ਨਹੀਂ ਹਾਰਨਾ ਅਤੇ ਮਹਾਰਾਜ 'ਤੇ ਭਰੋਸਾ ਰੱਖਣਾ। ਅਰਦਾਸ ਕਰਨੀ ਹੈ, ਅਰਦਾਸ ਕਰਕੇ ਬੇਨਤੀ ਕਰਨੀ ਹੈ ਕਿ ਪਾਤਸ਼ਾਹ ਜੀ, ਅਸੀਂ ਕਲਯੁਗੀ ਜੀਵ ਜਨਮ ਜਨਮਾਂਤਰਾਂ ਤੋਂ ਭੁੱਲਾਂ ਕਰਦੇ ਆਏ ਹਾਂ। ਸਾਡੇ ਗੁਨਾਹ ਹੈ, ਪਾਪ ਹੈ, ਉਹ ਕਿਰਪਾ ਕਰਕੇ ਬਖਸ਼ੋ। ਕਿਉਂਕਿ ਜਿਹੜਾ ਇਸ ਸਥੂਲ ਸਰੀਰ ਆ, ਇਹਦਾ ਹੀ ਕੋਈ ਨਾਮ ਹੈ, ਕੋਈ ਜਾਤ ਹੈ,
आश्रम बनाए है, वर्ण बनाए है, संबंध है, परिमाण है और जन्म मरण है। ये 6 चीज़ां शरीर नाल संबंधित रखदियां हन। इस तरह जे नाम लईए, फलाने का फलाना नाम है, और फिर जे इधर देखिए कि अपने आश्रम में ब्रह्मचारी है, गृहस्थी है, बाणप्रस्थी है, सन्यासी है। ब्रह्मचारी जीवन जड़ा वो विद्यार्थी काल है कि उसने शिक्षा लैके अपने आप नूं संसार ते विचरण दे योग बनाना है। उस तो बाद उसकी इच्छा है कि मैं ब्रह्मचारी जीवन च रह के ही भजन बंदगी करनी है। ये उसकी स्वतंत्रता है। तो जो उन्होंने गुणा करके अपने आप नूं योग बनाया, फिर वो गृहस्थी जड़ा बने, गृहस्थ आश्रम धारण करे, और उस तो बाद फिर ਉਹਦੇ ਵਿੱਚ भी जो नियम है कि पुण्य दान का करे शरीर, सो गिरही गंगा का नीर। और इसी तरह फिर बाणप्रस्थी है। अपना जड़ा लगाओ छड़ के ज़्यादा समा भजन विच लाना। सन्यास बिल्कुल हर वेले सिमरन विच लीन रहना। मनुष्य कोई है, सियाने पुरुषों ने ਉਹਦੇ जीवन की वंड कर दी है कि 25 साल तू ये ब्रह्मचर्य च रहना, क्योंकि जे वो ब्रह्मचर्य का पालन नहीं करेगा वो विद्या ही नहीं पढ़ सकता। फिर गृहस्थी है, गृहस्थी विच भी ਉਹਦਾ ਵਿਹਾਰ आचार आहार शुद्ध रहना चाहिए। ये सारिਆਂ ਲਈ। तो जे ਉਹਦਾ ਲੈਣ ਦੇਣ ਲੋਕਾਂ ਦੇ ਨਾਲ ਮਾੜਾ, ਉਹ भी ठीक नहीं। बोलना चलन ठीक नहीं, वो भी। इस वास्ते फिर इसे तरह फिर बाणप्रस्थी है। भावें वो घर विच ही है तो परिवार नूं कोई चंगी राय दे दे, ज़्यादा समा फिर वो भजन च लाए। सन्यास है, लै भी बच्चों नूं हुण तुसीं अपनी जिम्मेवारी चुको। मेरा तो हुण जीवन का आखिरी पड़ाव आ, मैं तो हुण मोक्ष प्राप्त करनी है, भी सारा कुछ तुहाडा ही है, भी ते बिच रहिंदा ही भावें पकड़ तो रहत रहे। इस तरह फिर वरण है गया कि मनुष्य का कोई ना कोई तो है ही है। ब्राह्मण आ, खतरी है, वैश्य है, शूद्र है। जे वो विद्वान आ तो ब्राह्मण है, जे वो सूरवीरता नाल देश कौम की रखिया करदा खतरी है, जे गऊआं का पालन खेती पत्ती वणज व्यापार वैश्य है। शूद्र है जे उहदे च सेवा वाली भावना है। समाज का सेवादार है। इक्को बंदे चारे चीज़ां आ जानियां, सेवा वाला भाव। इस करके फिर
ਜਿਹੜਾ ਸੇਵਾਦਾਰ ਹੈ ਉਹ ਸਾਰਿਆਂ ਨੂੰ ਸਗੋਂ ਪਿਆਰਾ ਲੱਗਦਾ ਹੈ। ਇਹ ਵਰਣ ਹੈ, ਕਿਉਂਕਿ ਵੈਰਾਈਟੀਆਂ ਦਾ ਹਰ ਚੀਜ਼ ਦੇ ਆ। ਕਣਕ ਕਿੰਨੇ ਕਿਸਮ ਦੀ ਹੈ, ਮੱਕੀ ਕਿੰਨੇ ਕਿਸਮ ਦੀ ਹੈ, ਫਲ ਕਿੰਨੇ ਕਿਸਮ ਦੇ ਆ, ਘੋੜੇ ਘੋੜੀਆਂ ਕਿੰਨੇ ਕਿਸਮ ਦੇ ਆ, ਗਊਆਂ ਕਿੰਨੇ ਕਿਸਮ ਦੀਆਂ, ਜਾਤਾਂ ਉਹਨਾਂ ਦੀਆਂ ਵੀ ਹੈਗੀਆਂ ਵੈਰਾਈਟੀਆਂ। ਇਸ ਤਰ੍ਹਾਂ ਮਨੁੱਖ ਦੇ ਵਿੱਚ ਵੀ ਹੈਗੇ ਆ, ਫਲਾਣੇ ਦਾ ਨਾਂ ਕੀ ਆ, ਰੰਗ ਕੀ ਆ, ਰੂਪ ਕੀ ਆ, ਨਸਲ ਕੀ ਹੈ, ਉਹਨਾਂ ਦੇ ਸੁਭਾਵਾਂ ਦਾ ਵੀ ਫਰਕ ਹੈਗਾ। ਅਤੇ ਬਾਕੀ ਕਿੱਤੇ ਦੇ ਉੱਤੇ ਅਜੇ ਇਹੋ ਜਿਹਾ ਕੋਈ ਕਿੱਤਾ ਕਰਦਾ, ਲੋਹੇ ਦਾ ਕਰਦਾ ਲੁਹਾਰ ਆ, ਸੋਨੇ ਦਾ ਕਰਦਾ ਸੁਨਿਆਰ ਆ, ਇਸ ਤਰ੍ਹਾਂ ਵੀ ਨਾਂ ਪੈ ਜਾਂਦੇ ਆ। ਡਰਾਈਵਰੀ ਕਰਦਾ ਡਰਾਈਵਰ ਆ, ਕੋਈ ਕਥਾ ਵਾਰਤਾ ਕਰਦਾ ਗਿਆਨੀ ਹੈ, ਕੋਈ ਕੀਰਤਨ ਵਗੈਰਾ ਇਹ ਰਾਗੀ ਹੈ, ਜੇ ਕੋਈ ਸਾਇੰਸ ਵਿਗਿਆਨ ਦੀ ਹੈ ਸਾਇੰਸਿਸਟ ਹੈ, ਜੇ ਕੋਈ ਔਸ਼ਧੀ ਕਰਦਾ ਹੈ ਵੈਦ ਹਕੀਮ ਆ ਜਾਂ ਡਾਕਟਰ ਹੈ। ਅਤੇ ਉੱਥੇ ਫਿਰ ਉਹ ਨਾਂ ਉਸੇ ਸੰਗਿਆ ਦੇ ਨਾਲ ਵੀ ਪੈ ਜਾਂਦੇ ਆ। ਬਾਕੀ ਫਿਰ ਸੰਬੰਧ ਹੁੰਦਾ, ਸੰਬੰਧ ਹੈ ਜਿਵੇਂ ਪਿਤਾ ਅਤੇ ਪੁੱਤਰ ਦਾ, ਅਤੇ ਪਤੀ ਪਤਨੀ ਦਾ ਸੰਬੰਧ ਆ, ਮਿੱਤਰ ਮਿੱਤਰ ਦਾ ਸੰਬੰਧ ਆ, ਗੁਰੂ ਸ਼ਿਸ਼ ਦਾ ਸੰਬੰਧ ਆ, ਮਾਲਕ ਅਤੇ ਸੇਵਕ ਦਾ ਸੰਬੰਧ ਆ। ਇਹ ਸੰਬੰਧ ਹੈ, ਇਹ ਸਰੀਰ ਕਰਕੇ ਹੀ ਹੈ, ਸਥੂਲ ਸਰੀਰ ਦੇ ਧਰਮ ਹੈ। ਇਸ ਤਰ੍ਹਾਂ ਫਿਰ ਰੰਗ ਰੂਪ ਵੀ ਹੈ, ਹਾਂਜੀ, ਲਾਲ ਆ, ਪੀਲਾ ਆ, ਕਾਲਾ ਆ, ਜੁਦੇ ਜੁਦੇ ਰੰਗ ਵੀ ਹੈਗੇ। ਉਹਨਾਂ ਜਿਹੜੇ ਅਫਰੀਕਾ ਦੇ ਆ ਉਹਨਾਂ ਦੇ ਜ਼ਿਆਦਾ ਕਾਲੇ ਰੰਗ ਆ, ਅਤੇ ਇੰਗਲੈਂਡ ਵਗੈਰਾ ਇਹਨਾਂ ਦੇਸ਼ਾਂ ਦੇ ਉਹ ਗੋਰਿਆਂ ਦੇ ਗੋਰੇ ਰੰਗ ਕਰਕੇ ਗੋਰਾ ਕਹਿ ਦਿੰਦੇ ਆ। ਅਤੇ ਇਸ ਤਰ੍ਹਾਂ ਇਹ ਵੀ ਸਰੀਰ ਦਾ ਹੀ ਹੈਗੇ ਆ, ਜੁਦੇ ਜੁਦੇ ਰੰਗ ਰੂਪ ਹੈਗੇ ਆ। ਫਿਰ ਪਰਿਮਾਣ ਉਹਦਾ ਹੈ, ਇਹ ਲੰਬਾ ਹੈ, ਛੋਟਾ ਆ, ਮੋਟਾ ਆ, ਪਤਲਾ ਆ, ਸਿੱਧਾ ਆ, ਟੇਢਾ ਆ, ਇਹ ਵੀ ਹੈਗਾ। ਸਰੀਰਾਂ ਦੀ ਜਿਹੜੀ ਬਣਤਰ ਆ ਇਹ ਵੀ ਜੁਦੀ ਜੁਦੀ। ਹੁਣ ਨੇਪਾਲੀ ਹੈ, ਗੋਰਖ, ਇਹਨਾਂ ਦੇ ਨੱਕ ਚਪਟੇ ਜਿਹੇ ਆ, ਕੱਦ ਮੁੰਦਰੇ ਜਿਹੇ ਆ, ਅਤੇ ਕਈਆਂ ਦੇ ਕੱਦ ਲੰਬੇ ਆ, ਨੈਣ ਨਕਸ਼ ਤਿੱਖੇ ਆ। ਜੇ ਕਹੀਏ ਹੁਣ ਸਾਰੀ ਸ੍ਰਿਸ਼ਟੀ ਰੱਬ ਦੀ ਇੱਕੋ ਬਣਾਈ ਜਾਏ, ਇੱਕੋ ਹੀ ਨਹੀਂ, ਹੁਣ ਵੀ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋਂ ਪਾਈ। ਹਾਂਜੀ, ਰੰਗਾਂ ਰੰਗਾਂ ਦੇ ਭਾਂਤ ਭਾਂਤ ਦੇ, ਕਿੰਨੀਆਂ ਜਿਨਸਾਂ ਦੇ, ਕਿੰਨੀ ਪ੍ਰਕਾਰ ਦੀ ਸ੍ਰਿਸ਼ਟੀ ਜਿਹੜੀ ਬਣੇ, ਉਹਨਾਂ ਦੇ ਸੁਭਾਅ, ਆਦਤਾਂ, ਤੋਲ ਬੋਲ, ਬੋਲੀਆਂ ਜੁਦੀਆਂ ਜੁਦੀਆਂ, ਕੋਈ ਕੋਈ ਬੋਲੀ ਬੋਲਦਾ, ਕੋਈ ਕੋਈ ਬੋਲਦਾ। ਇਸ ਵਾਸਤੇ ਫਿਰ ਰੰਗ ਰੂਪ ਹੈ, ਸਰੀਰ ਦਾ ਵਜਨ ਵਗੈਰਾ, ਵੇਟ ਵੀ ਸਾਰਿਆਂ ਦੇ ਕੋਈ ਹੱਦ ਨਹੀਂ ਹੋਇਆ। ਇਸ ਵਾਸਤੇ ਸਾਰਾ ਇਹ ਵੀ ਸਰੀਰ ਦਾ ਹੀ ਹੈਗਾ। ਹਾਂਜੀ, ਕੋਈ ਪਤਲਾ ਆ, ਕੋਈ ਮੋਟਾ ਆ, ਇਹ ਜੁਦੇ ਜੁਦੇ ਹੈਗੇ ਆ। ਫਿਰ ਜਨਮ ਮਰਨ, ਸਰੀਰ ਹੀ ਜੰਮਦਾ, ਸਰੀਰ ਹੀ ਮਰਦਾ। ਉਹ ਵੀ 6 ਦਾ ਸੱਚ ਹੁੰਦਾ। ਪਹਿਲਾਂ ਨਿੰਮਣ ਦੀ ਕਿਰਿਆ ਮਾਤਾ ਦੇ ਉਦਰ ਵਿੱਚ, ਫਿਰ ਜੰਮਣ ਦੀ ਹੈ, ਸ਼ਿਸ਼ੂ ਅਵਸਥਾ, ਬਾਲ ਅਵਸਥਾ, ਫਿਰ ਆਪਣੇ ਉਹ ਪ੍ਰੌਢੀ ਅਵਸਥਾ ਆ ਜਾਂਦੀ ਹੈ, ਫਿਰ ਜਵਾਨ ਅਵਸਥਾ ਆ ਜਾਂਦੀ ਹੈ, ਫਿਰ ਅੱਧ ਖੜਿਆ, ਫਿਰ ਬੁਢਾਪਾ ਆ, ਫਿਰ ਮੌਤ ਆ। ਇਸ ਤਰ੍ਹਾਂ ਵੀ ਇਹ ਸਰੀਰ ਦੀਆਂ ਇਹ ਅਵਸਥਾ ਜਿਹੜੀਆਂ ਬਦਲਦੀਆਂ ਰਹਿੰਦੀਆਂ। ਇਹ ਮੁੱਖ ਹੈਗੀਆਂ ਆ ਬਾਲ, ਜਵਾਨ ਅਤੇ ਬਿਰਧ। ਬਾਣੀ ਵੀ ਹੈ ਨਾ, ਬਾਲ ਜਵਾਨੀ ਬਿਰਧ ਫਨ ਤੀਨ ਅਵਸਥਾ ਜਾਨ। ਇਹ 3 ਅਵਸਥਾ ਜਿਹੜੀਆਂ ਸਰੀਰ 'ਤੇ ਆਉਂਦੀਆਂ ਜੀ। ਕਈਆਂ ਦੇ ਬੁਢਾਪਾ ਨਹੀਂ ਪਹਿਲਾਂ ਵੀ ਹੋ ਜਾਂਦਾ, ਪਰ ਆਮ ਹੁਣ ਮੰਨਿਆ ਜਾਂਦਾ ਵੀ ਜੇ ਉਹ ਉਮਰ ਨੂੰ ਮਹਾਰਾਜ ਦਿੰਦੇ ਆ, ਇਹ ਅਵਸਥਾ ਸਰੀਰਾਂ 'ਤੇ ਆਉਂਦੀਆਂ। ਹਾਂਜੀ, ਹੁਣ ਜਿਹੜੀ ਆਤਮਾ ਆ ਇਹਦਾ ਜਨਮ ਨਹੀਂ ਹੁੰਦਾ, ਅਜਨਮ ਆ, ਇਹ ਅਨਾਦਿ ਕਾਲ ਤੋਂ ਹੀ ਆ। ਔਰ ਫਿਰ
ਪ੍ਰਗਟਣਾ ਜੇ ਕਹੀਏ ਵੀ ਹੁਣੇ ਹੀ ਉਹ ਤਾਂ ਸਦਾ ਹੀ ਹੈ ਜੀ। ਅਤੇ ਬਿਰਧ ਹੋਣਾ ਇਹ ਵੀ ਨਹੀਂ। ਪ੍ਰਮਾਣ ਆਤਮਾ ਦਾ ਵੀ ਇੰਨਾ ਲੰਮਾ ਚੌੜਾ ਹੈ, ਵਿਆਪਕ ਸਰੂਪ ਹੈ। ਅਤੇ ਖੈ ਆਤਮਾ ਖੈ ਨਹੀਂ ਹੁੰਦੀ, ਸਰੀਰ ਦਾ ਹੁੰਦਾ ਖੀਣ ਹੋ ਜਾਣਾ। ਫਿਰ ਮਰਨੇ ਸਰੀਰ ਦਾ। ਸਰੀਰ ਜਿਹੜਾ ਜੰਮਿਆ, ਪ੍ਰਗਟ ਹੋਇਆ, ਪਹਿਲਾਂ ਨਿੰਮਿਆ, ਫਿਰ ਜੰਮਣ ਦਾ ਹੈ, ਹਾਂਜੀ, ਫਿਰ ਜਵਾਨ ਹੁੰਦਾ, ਬਰਧ ਹੁੰਦਾ। ਫਿਰ ਇਹਦਾ ਪ੍ਰਮਾਣ ਵੀ ਹੈ, ਰੰਗ ਰੂਪ ਕਿਹੋ ਜਿਹਾ, ਤੋਲ ਬੋਲ ਕਿਹੋ ਜਿਹਾ, ਵਜਨ ਕਿਹੋ ਜਿਹਾ, ਉਹ ਵੀ ਹੈਗਾ। ਫਿਰ ਖੈ ਅਵਸਥਾ ਵੀ ਹੁੰਦੀ ਹੈ, ਫਿਰ ਮਰਨ ਆਉਂਦੀ ਹੈ। ਅਤੇ ਆਤਮਾ ਜਿਹੜੀ ਹੈ ਇਹਨਾਂ ਤੋਂ ਰਹਿਤ ਆ। ਆਤਮਾ ਦੀ ਜਿਹੜੀ ਅਵਸਥਾ ਇਹ ਤੋਂ ਪਰਿਆ। ਫਿਰ ਸੂਖਮ ਸਰੀਰ ਆ, ਉਹਦੇ ਜੁਦੇ ਧਰਮ ਆ। ਕਾਰਨ ਸਰੀਰ ਆ, ਉਹਦਾ ਸਿਰ ਸੁੱਖ ਦਾ ਹੀ ਭਾਨ ਵਗੈਰਾ ਹੈਗਾ। ਅਤੇ ਕਰਮਾਂ ਦੇ ਹਿਸਾਬ ਨਾਲ ਦੁੱਖ ਸੁੱਖ ਵੀ ਆਉਂਦੇ ਆ। ਕੋਈ ਪੁੰਨ ਕਰਮ ਆ, ਸੁੱਖ ਆ ਗਿਆ, ਕੋਈ ਪਾਪ ਕਰਮ ਆ, ਦੁੱਖ ਆ ਗਿਆ। ਇਹ ਮਿਸ਼ਰਤ ਕਰਮ ਆ, ਕਦੀ ਦੁੱਖ ਕਦੀ ਸੁੱਖ ਰਲੇ ਮਿਲੇ ਜਾਏ, ਚੱਲਦੇ ਰਹਿੰਦੇ ਆ। ਜੇ ਕਹੀਏ ਸਦਾ ਕੋਈ ਸੁਖੀ ਹੈ, ਇਹ ਵੀ ਨਹੀਂ। ਸਦਾ ਦੁਖੀ ਹੈ, ਇਹ ਵੀ ਨਹੀਂ। ਦੇਵਤੇ ਉਹਨਾਂ ਨੂੰ ਕਹਿੰਦੇ ਵੀ ਪੁੰਨਮਈ ਹੈ। ਉਹਨਾਂ ਦੇ ਪੁੰਨ ਜ਼ਿਆਦਾ ਕਰਕੇ ਉਹਨਾਂ ਨੂੰ ਆਪਾਂ ਪੁੰਨ ਵੀ ਕਹਿ ਦਿੰਦੇ ਹਾਂ। ਪਾਪ ਉਹਨਾਂ ਦੇ ਵੀ ਹੈਗੇ ਆ। ਹੁਣ ਜਿਵੇਂ ਇੰਦਰ ਸੀ, ਗੌਤਮ ਰਿਸ਼ੀ ਦੀ ਇਸਤਰੀ ਅਹਲਿਆ, ਉੱਥੇ ਉਹਦਾ ਮਨ ਜਿਹੜਾ ਸੀ ਵਿਚਲਿਤ ਹੋਇਆ, ਅਤੇ ਫਿਰ ਪਾਪ ਕਰਮ ਹੀ ਹੋਇਆ। ਫਿਰ ਪੁੰਨ ਜ਼ਿਆਦਾ ਕਰਕੇ ਅਤੇ ਦੇਵਤੇ ਕਹਿ ਤਾ। ਜਿਨ੍ਹਾਂ ਦੇ ਪਾਪ ਜ਼ਿਆਦਾ ਉਹਨਾਂ ਨੂੰ ਦੈਂਤ ਕਹਿ ਤਾ। ਹੈ ਤਾਂ ਮਨੁੱਖ ਹੋਈ ਹੈ, ਹਾਂਜੀ। ਕਰਮਾਂ ਕਰਕੇ ਸ਼ੁਭ ਕਰਮਾਂ ਕਰਕੇ ਸਾਧ ਆ, ਅਸ਼ੁਭ ਕਰਮਾਂ ਕਰਕੇ ਅਸਾਧ ਆ। ਹੋਰ ਇਹ ਨਹੀਂ ਵੀ ਦੇਵਤਿਆਂ ਦੇ ਕੋਈ ਸਰੀਰ ਹੈਗੇ ਆ ਜਾਂ ਦੈਂਤਾਂ ਦੇ। ਪ੍ਰਕਿਰਤੀ ਦੁਆਰਾ ਤਾਂ ਬਣੇ ਆ, ਪਰ ਉਹ ਕਰਮਾਂ ਦਾ ਹਿਸਾਬ ਹੈਗਾ। ਹੁਣ ਦੇਖੋ ਰਾਵਣ ਜਿਹੜਾ ਸੀ, ਉਹਦਾ ਜਨਮ ਤਾਂ ਬ੍ਰਾਹਮਣਾਂ ਦੇ ਆ। ਅਤੇ ਹੁਣ ਪ੍ਰਹਲਾਦ ਭਗਤ ਆ, ਉਹਦਾ ਜਨਮ ਦੈਂਤ ਕੁਲ 'ਚ ਆ। ਪਰ ਉਹਦੀ ਬਿਰਤੀ ਦਾ ਜਿਹੜਾ ਪ੍ਰਵਾਹ ਆ, ਪਿਛਲਾ ਪੁੰਨ ਆ, ਉਹ ਨਾਮ ਬਾਣੀ ਵਾਲਿਆ। ਹੁਣ ਇਹਦਾ ਜਿਹੜਾ ਸੀ ਭਾਵੇਂ ਬ੍ਰਾਹਮਣ ਜਾਤੀ ਦੇ ਹਿਸਾਬ ਨਾਲ ਉਹ ਪੜ੍ਹਿਆ ਵੀ ਬਹੁਤ ਹੈ, ਵਿਦਵਾਨ ਵੀ ਬਹੁਤ ਆ, ਪਰ ਉਹਦੀ ਰੁਚੀ ਜਿਹੜੀ ਆ ਉਹ, ਹਾਂਜੀ, ਦੈਂਤ ਬਿਰਤੀ ਦੀ ਹੈ। ਅਤੇ ਜੇ ਕਹੀਏ ਵੀ ਬ੍ਰਾਹਮਣ ਅਤੇ ਜਾਂ ਰਾਕਸ਼ ਹੈ ਜਾਂ ਦੈਂਤ ਆ, ਕੋਈ ਮਨੁੱਖ ਨਾ ਕੋਈ ਰਾਕਸ਼ ਆ, ਨਾ ਕੋਈ ਦੇਵਤਾ ਆ। ਉਹ ਕਰਮਾਂ ਦੇ ਹਿਸਾਬ ਨਾਲ ਜਿਹੋ ਜਿਹਾ ਉਹ ਕਰਮ ਕਮਾਉਂਦਾ, ਉਹਦੀ ਉਹ ਸੰਗਿਆ ਬਣ ਜਾਂਦੀ ਹੈ। ਇਹ ਚੋਰ ਆ, ਇਹ ਸਾਧ ਆ, ਹਾਂਜੀ। ਜੇ ਚੋਰੀ ਨਹੀਂ ਕਰੇ ਤਾਂ ਉਹਨੂੰ ਚੋਰ ਨਹੀਂ ਕੋਈ ਕਹਿੰਦਾ। ਅਤੇ ਜੇ ਕੋਈ ਸਾਧੂ ਵਾਲੇ ਕਰਮ ਕਰਦਾ, ਉਹਨੂੰ ਸਾਧ ਕਹਿੰਦੇ। ਮਨੁੱਖ ਤਾਂ ਇੱਕੋ ਹੀ ਆ। ਇਸ ਵਾਸਤੇ ਉਹ ਕਰਮਾਂ ਦੇ ਹਿਸਾਬ ਨਾਲ। ਹੁਣ ਆਪਾਂ ਇਹ ਦੇਖਣਾ ਵੀ ਆਪਾਂ ਸਾਧੂ ਬਣਨਾ, ਗੁਰਮੁਖ ਬਣਨਾ, ਗੁਰਸਿੱਖ ਬਣਨਾ, ਅਤੇ ਫਿਰ ਜੋ ਗੁਰਸਿੱਖ ਬਣਨ ਦੀ ਮਰਜ਼ਾਦਾ ਉਹ ਧਾਰਾਂਗੇ, ਸਾਡੇ ਜੋ ਗੁਰਸਿੱਖੀ ਆ ਜਾਏਗੀ, ਮਹਾਰਾਜ ਮਿਹਰ ਕਰ ਦੇਣਗੇ। ਜਦੋਂ ਫਿਰ ਕੋਈ ਇਸ ਲਾਈਨ ਨੂੰ ਗ੍ਰਹਿਣ ਕਰ ਲੈਂਦਾ, ਭਲੇ ਪਾਸੇ ਤੁਰਦਾ, ਅਤੇ ਜੇ ਕੋਈ ਵਿਘਨ ਵੀ ਆਉਂਦਾ ਤਾਂ ਮਹਾਰਾਜ ਉਹਦੀ ਰਕਸ਼ਾ ਕਰਦੇ ਆ, ਸਹਾਇਤਾ ਕਰਦੇ ਆ। ਕਿਉਂਕਿ ਜਿਹੜਾ ਕਿਸੇ ਦਾ ਬਣ ਜਾਣ, ਪਸ਼ੂ ਕਿਸੇ ਜ਼ਿਮੀਂਦਾਰ ਨੇ ਰੱਖਿਆ ਆ, ਭਾਵੇਂ ਕਿੱਲੇ ਨਾਲ ਬੰਨ੍ਹਿਆ, ਉਹਦੇ ਨੀਰੇ ਚਾਰੇ ਦਾ, ਉਹਨੂੰ ਦਵਾਈ ਔਸ਼ਧੀ ਦੇਣੀ, ਗਰਮੀ ਸਰਦੀ ਦਾ, ਉਹਦੀ ਸੁਰੱਖਿਆ ਦਾ ਉਹ ਪੂਰਾ ਪ੍ਰਬੰਧ ਕਰਦਾ। ਅਤੇ ਜਿਹੜੇ ਅਵਾਰਾ ਪਸ਼ੂ ਆ, ਉਹਨਾਂ ਨੂੰ ਕੌਣ ਸਮਝਦਾ? ਉਹਨਾਂ ਦੇ ਡੰਡੇ ਵੀ ਪੈਂਦੇ ਆ, ਨਰਾਦਰੀ ਵੀ ਹੁੰਦੀ ਹੈ, ਉਹਨਾਂ ਨੂੰ ਸਹੀ ਖਾਣ ਨੂੰ ਵੀ ਨਹੀਂ ਮਿਲਦਾ।
ਇਹ ਕਿਸੇ ਕਿਸਾਨ ਦੇ ਖੇਤੀ ਜਾਂਦੇ ਆ ਤੇ ਉਹਦੇ ਵੱਲੋਂ ਲੋਕ ਕੁੱਟਦੇ ਮਾਰਦੇ ਵੀ ਆ। ਇਸੇ ਤਰ੍ਹਾਂ ਇਨਸਾਨ ਜਿਹੜਾ ਅਵਾਰਾ ਫਿਰਦਾ, ਕਿਸੇ ਦਾ ਬਣਦਾ ਨਹੀਂ, ਉਹਦੇ ਵਾਸਤੇ ਵੀ ਕਲੇਸ਼ ਹੈ। ਜਿਹੜਾ ਕਿਸੇ ਦਾ ਬਣ ਗਿਆ ਉਹ ਫਿਰ ਮਾਲਕ ਨੂੰ ਉਹਦਾ ਫਿਕਰ ਆ, ਉਹਦੇ ਪਾਲਣ ਪੋਸ਼ਣ ਦਾ, ਉਹਦੇ ਭੋਜਨ ਪਾਣੀ ਦਾ, ਉਹਦੇ ਬਸਤਰ ਆਦਿਕ ਦਾ, ਉਹਦੀ ਔਸ਼ਧੀ ਆਦਿਕ ਦਾ। ਇਸ ਕਰਕੇ ਕਹਿੰਦੇ ਵੀ ਬਣਨਾ ਚਾਹੀਦਾ। ਉਹ ਕਈ ਉਹ ਮਾਂ ਪਿਓ ਦੇ ਵੀ ਨਹੀਂ ਬਣਦੇ, ਕਿਸੇ ਪਵਿੱਤਰ ਪੁਰਸ਼ਾਂ ਦੇ ਨਹੀਂ ਬਣਦੇ, ਗੁਰੂਆਂ ਉਸਤਾਦਾਂ ਦੇ ਨਹੀਂ ਬਣਦੇ, ਪਰਮਾਤਮਾ ਦੇ ਨਹੀਂ ਬਣਦੇ। ਫਿਰ ਉਹਨਾਂ ਦੀ ਦਸ਼ਾ ਵੀ ਅਵਾਰਾ ਪਸ਼ੂਆਂ ਵਾਲੀ ਹੁੰਦੀ ਹੈ। ਇਹੀ ਹਾਲ ਹੁੰਦਾ, ਕੋਈ ਵੀ ਨਹੀਂ ਸਮਝਦਾ। ਉਹ ਜਿਵੇਂ ਉਹ ਇਹ ਤਾਂ ਸਾਖੀ ਖੁੱਲ੍ਹੀ ਜਿਹੀ, ਕਹਿੰਦੇ ਪਿਓ ਚੂਹਾ ਸੀ, ਉਹ ਉਸਨੂੰ ਕਹਿੰਦਾ ਮੀਆਂ ਜੀ ਕਿਸੇ ਦੇ ਬਣ ਕੇ ਰਹਿਣਾ ਚਾਹੀਦਾ। ਉਹ ਕਹਿੰਦਾ ਜਾ ਪਰੇ, ਤੈਨੂੰ ਪੈਰ ਥੱਲੇ ਹੁਣੇ ਮਲ ਦਿਆਂਗਾ, ਮੈਂ ਐਡਾ ਵੱਡਾ, ਤੂੰ ਭੋਰਾ ਚੂਹਾ, ਮੈਨੂੰ ਸਿੱਖਿਆ ਦੇਣਾ, ਮੈਂ ਤਾਂ ਬਹੁਤ ਵੱਡਾ। ਉਹ ਕਹਿੰਦੇ ਮੀਆਂ ਜੀ ਵੱਡੇ ਛੋਟੇ ਦੀ ਗੱਲ ਨਹੀਂ, ਗੱਲ ਵਿਚਾਰ ਦੀ ਆ। ਪਰ ਜਦੋਂ ਹੋਮੇ ਹੋਵੇ ਬੰਦਾ ਮੰਨਦਾ ਨਹੀਂ ਨਾ, ਆਪਣੀ ਜਿੱਦ ਕਰਦਾ। ਪਰ ਜਿਹੜਾ ਸਿਆਣਾ ਬੰਦਾ ਜਿੰਦ ਨਹੀਂ ਕਰਦਾ, ਉਹ ਸੱਤ ਵਚਨ ਦੀ ਪੜ੍ਹਾਈ ਕਰਦਾ। ਜਿੱਥੇ ਸੱਤ ਵਚਨ ਆ ਗਿਆ ਉੱਥੇ ਫਿਰ ਕਲੇਸ਼ ਵੀ ਕੋਈ ਨਹੀਂ। ਸੱਤ ਵਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼। ਜਿਹਦੇ ਹਿਰਦੇ ਪ੍ਰਵੇਸ਼ ਕਰ ਗਿਆ ਉਹ ਵੀ ਸੱਚ ਸਰੂਪ ਬਣ ਜਾਂਦੇ। ਅਤੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਪੜ੍ਹਾਈ ਤਾਂ ਹੈ ਹੀ ਸੱਤ ਵਚਨ ਦੀ ਹੈ। ਜਿਵੇਂ ਤੁਹਾਨੂੰ ਗੁਰੂ ਅਮਰਦਾਸ ਜੀ ਨੇ, ਇਹ ਗਲਤੀ ਹੋ ਗਈ ਮਹਾਰਾਜ ਭੁੱਲ ਗਿਆ, ਮਾਫ਼ ਕਰ ਦਿਓ, ਆਹ ਕੰਮ ਬਹੁਤ ਚੰਗਾ ਜੀ, ਭਲਾ ਜੀ, ਹਾਂਜੀ ਆਪਾਂ ਆਹ ਕਰ ਲਏ ਚੰਗਾ ਭਾਈ ਸਾਹਿਬ ਜੀ। ਇੱਕ ਪੱਬੇ ਅਖਰ ਤੋਂ ਪੱਬਾ ਭੁੱਲਾ, ਪੱਬਾ ਭਾਈ, ਪੱਬਾ ਭਲਾ, ਇਹ ਸਿੱਖਿਆ ਲਈ। ਉਹ ਕੋਈ ਐਸਾ ਹੋਇਆ, ਉਹ ਉਠ ਮਾਲਕ ਤੋਂ ਅਵਾਰਾ ਹੋ ਕੇ ਤੇ ਭੱਜ ਗਿਆ। ਉਹ ਨੱਕ 'ਚ ਨਕੇਲ ਸੀ। ਉਹ ਹੁਣ ਮੂੰਹ 'ਤੇ ਧੌਣ ਉੱਚੀ ਹੁੰਦੀ ਨਾ, ਉਹ ਜੰਗਲ 'ਚ ਝਾੜੀਆਂ ਅਤੇ ਉਹ ਹਰੇ ਹਰੇ ਪੱਤੇ ਖਾ ਰਿਹਾ ਬ੍ਰਿਕਸ਼ਾਂ ਦੇ। ਉਹ ਨਕੇਲ ਜਿਹੀ ਸੀ, ਉਹ ਵਿੱਚ ਕਿਤੇ ਫਸ ਗਈ, ਹੁਣ ਨਿਕਲੇ ਨਾ। ਬਹੁਤ ਔਖਾ ਹੋਇਆ, ਯਤਨ ਬੜੇ ਕੀਤੇ। ਹੁਣ ਚੂਹੇ ਨੂੰ ਕਹਿ ਵੀ ਮੇਰੀ ਨਕੇਲ ਕੱਟ ਦੇ। ਉਹ ਕਹਿੰਦੇ ਮੈਂ ਤੈਨੂੰ ਕਿਹਾ ਸੀ ਨਾ ਕਿਸੇ ਦਾ ਬਣ ਕੇ ਰਹੀਦਾ ਹੁੰਦਾ, ਅਤੇ ਤੂੰ ਮੈਨੂੰ ਕਹਿੰਦਾ ਸੀ ਮੈਂ ਤੈਨੂੰ ਪੈਰ ਥੱਲੇ ਮਲ ਦਿਆਂਗਾ। ਇਹ ਸੰਸਾਰ ਵਿੱਚ, ਇਹ ਸੰਸਾਰ ਓਤ ਪਰੋਤ ਆ, ਇੱਕ ਦੂਜੇ ਦੇ ਆਸਰੇ ਨਾਲ ਚੱਲਦਾ। ਕਿਉਂਕਿ ਸਾਰਿਆਂ ਵਿੱਚ ਹੈਗੀ ਤਾਂ ਪਰਮਾਤਮਾ ਦੀ ਅੰਸ਼ ਹੀ ਹੈ। ਜਿੰਨਾ ਵੀ ਇਹ ਸੰਸਾਰ ਆ, ਇਹ ਪਰਮਾਤਮਾ ਦਾ ਹੀ ਰੂਪ ਹੈਗਾ। ਇਹਨੂੰ ਪਰਮਾਤਮਾ ਦਾ ਰੂਪ ਜਾਣਨਾ। ਇਹ ਨੇਤਰ ਮੇਰੇ ਹੋ ਹਰ ਤੋਂ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਹੋ ਕੋਈ, ਹਰ ਬਿਨ ਅਵਰ ਨਾ ਦੇਖੋ ਹੋ ਕੋਈ, ਨਦਰੀ ਹਰ ਨਿਹਾਲਿਆ। ਇਸ ਵਾਸਤੇ ਸੰਸਾਰ ਦੇ ਉੱਤੇ ਹੁਣ ਇੱਕ ਦੂਜੇ ਦੇ ਨਾਲ ਲੋੜ ਪੈਂਦੀ ਹੈ। ਦੇਸ਼ਾਂ ਦੇ ਵਪਾਰ ਇੱਕ ਦੂਜੇ ਨਾਲ ਹੁੰਦੇ ਆ। ਅੱਜ ਵਿਗਿਆਨ ਦਾ ਯੁੱਗ ਆ, ਹੁਣ ਤਾਂ ਸਾਰੀ ਦੁਨੀਆ, ਹਾਂਜੀ, ਕੋਈ ਕਿਸੇ ਤੋਂ ਚੀਜ਼ ਲੈ ਰਿਹਾ, ਕੋਈ ਕਿਸੇ ਨੂੰ ਦੇ ਰਿਹਾ। ਹਾਂਜੀ, ਵਰਲਡ ਦੀਆਂ, ਹਾਂਜੀ, ਜਿਹੜੀਆਂ ਕੰਪਨੀਆਂ, ਕਿੱਥੇ ਕਿੱਥੇ ਵਪਾਰ ਇੱਕ ਦੂਜੇ ਨੂੰ ਦੇਖਿਆ ਵੀ ਨਹੀਂ, ਉਹ ਨੈੱਟਾਂ 'ਤੇ ਸਾਰਾ ਕੁਝ ਹੋ ਰਿਹਾ। ਇਸ ਵਾਸਤੇ ਇਹ ਸੰਸਾਰ ਇਵੇਂ ਹੀ ਚੱਲਦਾ ਆ, ਓਤ ਪਰੋਤ ਆ। ਹਾਂਜੀ, ਹੁਣ ਬਿਮਾਰ ਨੂੰ ਡਾਕਟਰ ਦਾ ਸਹਾਰਾ ਲੈਣਾ ਪੈਂਦਾ, ਬੱਚੇ ਆ ਉਹਨਾਂ ਨੂੰ ਮਾਂ ਪਿਓ ਦਾ ਸਹਾਰਾ ਲੈਣਾ ਪੈਂਦਾ। ਦੁੱਖ ਸੁੱਖ ਦੇ ਵਿੱਚ ਮਿੱਤਰ ਨੂੰ ਮਿੱਤਰ ਦਾ ਵੀ ਸਹਾਰਾ ਲੈਣਾ ਪੈਂਦਾ। ਇਸੇ ਤਰ੍ਹਾਂ ਕਿਸੇ ਨਾਲ ਜ਼ਿਆਦਤੀ ਹੁੰਦੀ ਹੈ, ਉਹਨੂੰ ਰਾਜ ਧਰਮ ਦਾ ਸਹਾਰਾ ਲੈਣਾ ਪੈਂਦਾ। ਕਿਸੇ ਦਾ ਮਨ ਅਸ਼ਾਂਤ ਆ, ਹਾਂਜੀ, ਦੁਖੀ ਆ, ਉਹ ਫਿਰ ਸਾਧੂ ਸੰਤਾਂ ਦਾ, ਗੁਰਬਾਣੀ ਦਾ ਸਹਾਰਾ ਲੈਂਦਾ। ਅਤੇ ਇਸੇ ਤਰ੍ਹਾਂ ਸੰਸਾਰ ਚੱਲ ਰਿਹਾ। ਅਤੇ ਬਾਕੀ ਇਹ ਹੈ ਵੀ ਸੰਸਾਰ ਵਿੱਚ ਰਹਿੰਦਿਆਂ ਭਜਨ ਬਾਣੀ ਕਰਕੇ ਕਿਸੇ ਦਾ ਬੁਰਾ ਵੀ ਨਹੀਂ ਸੋਚਣਾ, ਅਤੇ ਇੰਨਾ ਵੀ ਨਹੀਂ ਫਸਣਾ ਕਿ ਆਪਾਂ ਭਜਨ ਬਾਣੀ ਛੱਡ ਦਈਏ। ਜਿਵੇਂ ਕਈ ਬੰਦੇ ਉਹ ਬਿਹਾਰਾਂ 'ਚ ਇੰਨੇ ਗਲਤਾਨ ਹੋ ਗਏ, ਉਹ ਧਾਰਮਿਕ ਪੱਖੇ ਛੱਡ ਕੇ ਬਹਿ ਗਏ, ਨਾਸਤਕ ਬਣ ਗਏ। ਉਹ ਵੀ ਠੀਕ ਨਹੀਂ।
ਆਪਾਂ ਆਪਣੇ ਲੋੜ ਦੇ ਜਿੰਨੇ ਵਿਹਾਰ ਉਹ ਵੀ ਕਰਨੇ ਆ, ਅਤੇ ਆਪਣੀ ਕਲਿਆਣ ਵਾਸਤੇ ਅਤੇ ਭਜਨ ਬਾਣੀ ਵੀ ਕਰਨੀ ਹੈ। ਸਮੇਂ ਦੀ ਵੰਡ ਮਹਾਰਾਜ ਨੇ ਜਿਵੇਂ ਕੀਤੀ ਹੈ, ਹੁਣ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੀ ਸੇਵਾ ਹੁੰਦੀ ਹੈ, ਪ੍ਰਕਾਸ਼ ਹੁੰਦਾ, ਸਾਫ ਸਫਾਈ ਵਾ, ਫਿਰ ਨਿਤਨੇਮ ਹੁੰਦੇ ਆ, ਕਥਾ ਕੀਰਤਨ ਹੁੰਦੇ ਆ। ਇਸ ਤਰ੍ਹਾਂ ਸ਼ਾਮ ਨੂੰ ਇਤਿਹਾਸ ਵਗੈਰਾ ਕਥਾ ਹੁੰਦੀ ਹੈ, ਕੀਰਤਨ ਹੁੰਦਾ, ਰਹਿਰਾਸ, ਆਰਤੀ, ਕੀਰਤਨ ਸੋਹਲਾ ਹੁੰਦਾ। ਇਹ ਕਿਵੇਂ ਬਣਾਇਆ? ਵੀ ਗੁਰੂ ਘਰਾਂ 'ਚੋਂ ਆਪਾਂ ਇਹ ਸਿੱਖਿਆ ਲਈਏ। ਆਪਾਂ ਵੀ ਜੀਵਨ ਦੀ ਰੂਟੀਨ ਬਣਾਉਣੀ ਹੈ ਵੀ ਅੰਮ੍ਰਿਤ ਵੇਲੇ ਸਮੇਂ ਨਾਲ ਉੱਠਣਾ ਅਤੇ ਕਿਰਿਆ ਕਰ ਲਈ, ਫਿਰ ਦਾਤਣ ਜਾਂ ਅੱਜ ਕੱਲ੍ਹ ਬੁਰਸ਼ ਦਾ ਰਿਵਾਜ ਉਹ ਕਰ ਲਿਆ, ਫਿਰ ਇਸ਼ਨਾਨ ਪਾਣੀ ਕਰ ਲਿਆ, ਫਿਰ 5 ਬਾਣੀਆਂ ਕਰ ਲਈਆਂ, ਜਾਂ ਜਿੰਨੀ ਸਮਰੱਥਾ ਨਿਤਨੇਮ ਜਾਂ ਸਿਮਰਨ ਵਗੈਰਾ, ਫਿਰ ਕੋਈ ਜਲ ਪਾਣੀ ਆ, ਸਮੇਂ ਨਾਲ ਲੰਗਰ ਪਾਣੀ ਆ, ਫਿਰ ਆਪਣੀ ਕਿਰਤ ਵਾਸਤੇ 8 ਘੰਟੇ ਜਾਂ ਜਿੰਨਾ ਵੀ ਕੋਈ ਹੈ ਉਹ ਆ। ਫਿਰ ਸ਼ਾਮ ਨੂੰ ਵੀ ਹੈ, ਫਿਰ ਸਮਾਂ ਮਿਲੇ ਗੁਰੂ ਘਰ 'ਚ ਵੀ ਕਥਾ ਕੀਰਤਨ। ਗੁਰੂ ਘਰ ਦੂਰ ਆ ਅਤੇ ਗ੍ਰੰਥਾਂ ਦਾ ਸਾਧਨ ਹੈਗਾ, ਗ੍ਰੰਥ ਦੁਆਰਾ ਵੀ ਸਤਸੰਗ ਹੋ ਜਾਂਦਾ। ਕੋਈ ਗ੍ਰੰਥ ਪੜ੍ਹ ਲਓ, ਕਿਉਂਕਿ ਉਹਦੇ ਦੁਆਰਾ ਗ੍ਰੰਥ ਹਰ ਜਗ੍ਹਾ ਮਿਲ ਜਾਂਦਾ, ਉੱਥੇ ਫਿਰ ਆਪਾਂ ਉਹ ਵੀ ਸਤਸੰਗ ਹੁੰਦਾ, ਕਿਉਂਕਿ ਮਹਾਂਪੁਰਖਾਂ ਦੀ ਰਚਨਾ ਹੁੰਦੀ ਹੈ। ਅੱਜ ਕੱਲ੍ਹ ਤਾਂ ਹੋਰ ਸਾਧਨ ਵੀ ਬੜੇ ਆ, ਸਾਇੰਸ ਨੇ ਕਰਤੇ, ਟੇਪਾਂ ਆ, ਮੂਵੀਆਂ ਆ, ਅਤੇ ਨੈੱਟਾਂ 'ਤੇ, ਮੋਬਾਈਲਾਂ 'ਤੇ ਬਹੁਤ ਕੁਛ ਆ। ਗਲਤ ਵੀ ਬਹੁਤ ਪਾਇਆ, ਪਰ ਆਪਾਂ ਚੰਗੇ ਵੱਲ ਜਾਣਾ, ਕਿਉਂ ਜਿਹੜੀ ਚੀਜ਼ ਆਪਣੇ ਜੀਵਨ ਨੂੰ ਵਿਗਾੜਦੀ ਹੈ ਉਹਨੂੰ ਦੇਖਣ ਦੀ, ਸੁਣਨ ਦੀ ਲੋੜ ਨਹੀਂ, ਨਾ ਚਰਚਾ ਦੀ ਲੋੜ ਹੈ। ਆਪਾਂ ਉਹ ਚੀਜ਼ ਦੇਖੋ, ਸੁਣੋ, ਪੜ੍ਹੋ, ਵਿਚਾਰੋ, ਜਿਹੜਾ ਸਾਡੇ ਜੀਵਨ ਦਾ ਕਲਿਆਣ ਕਰਦੀ ਹੈ, ਸਾਡਾ ਜੀਵਨ ਦਾ ਸੁਧਾਰ ਕਰਦੀ ਹੈ। ਇਸ ਵਾਸਤੇ ਫਿਰ ਇਹ ਜਿਹੜਾ ਆਤਮਾ ਮਤਲਬ ਅਸੰਗ ਹੈ, ਇਹ ਸਰੀਰ ਦੇ ਧਰਮ ਹੈਗੇ, ਅਤੇ ਜਿਹੜੇ ਇਹਦੇ ਨਾਲ ਆਪਾਂ ਭਾਵ ਕਰਦੇ ਹਾਂ ਉਹ ਸੂਖਸ਼ਮ ਸਰੀਰ ਵਿੱਚ ਵੀ ਸੂਖਮ ਹੋ ਕੇ ਰਹਿੰਦੇ ਆ, ਉਹਨਾਂ ਦਾ ਵੀ ਫਿਰ ਹਿਸਾਬ ਕਿਤਾਬ ਜਿਹੜਾ ਦੇਣਾ ਲੈਣਾ ਪੈਂਦਾ। ਅਤੇ ਜਿਹੜੇ ਗੁਰੂ ਪਿਆਰੇ ਆ ਉਹ ਫਿਰ ਪਾਪ ਤੋਂ ਵੀ ਬਚਦੇ ਆ, ਅਤੇ ਇਸ ਤਰ੍ਹਾਂ ਨੇਕੀ ਵਾਲੇ ਧਰਮ ਵਾਲੇ ਪਾਸੇ ਚੱਲਦੇ ਆ। ਅਤੇ ਜਦੋਂ ਫਿੱਦਰ ਚੱਲਦਾ ਫਿਰ ਮਹਾਰਾਜ ਵੀ ਉਹਦੇ ਪੱਖ 'ਚ ਹੋ ਜਾਂਦੇ ਆ, ਕਿਉਂਕਿ ਮਹਾਰਾਜ ਨੇ ਸ੍ਰਿਸ਼ਟੀ ਬਣਾਈ ਹੈ ਅਤੇ ਨਾਲ ਹੁਕਮ ਦਿੱਤਾ ਨਾ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਔਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਪਉਜਲ ਤਰਨ ਕੈ, ਜਨਮ ਬਿਰਥਾ ਜਾਤਨ ਮਾਇਆ ਕਹਿ ਰਹਾਓ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਜਪ ਵੀ ਕਰਨਾ, ਤਪ ਵੀ, ਸੰਜਮ ਵੀ ਕਰਨਾ, ਔਰ ਗਲਤ ਸ਼ਬਦ ਨਹੀਂ ਬੋਲਣਾ, ਗਾਲੀ ਗਲੋਚ ਨਹੀਂ ਕਰਨਾ, ਕਿਸੇ ਦਾ ਬੁਰਾ ਨਹੀਂ ਚਿਤਵਣਾ, ਬੁਰਾ ਦੇਖਣਾ ਨਹੀਂ, ਚੋਰੀ ਨਹੀਂ ਕਰਨੀ, ਬਦਫੈਲੀ ਨਹੀਂ ਕਰਨੀ। ਇਹ ਸੰਜਮ ਆ। ਖਾਣ ਦਾ ਵੀ ਸੰਜਮ ਆ, ਲੋੜ ਮੁਤਾਬਕ ਖਾਓ, ਅਤੇ ਬੇਲੋੜਾ ਖਾਵਾਂਗੇ ਰੋਗ ਪੈਦਾ ਕਰੇਗਾ। ਦੇਖਣ ਦਾ ਵੀ ਸੰਜਮ ਆ, ਗਲਤ ਚੀਜ਼ਾਂ ਦੇਖਾਂਗੇ ਮਨ 'ਤੇ ਪ੍ਰਭਾਵ ਗਲਤ ਹੋਇਆ। ਸੁਣਨ ਦਾ ਵੀ ਸੰਜਮ ਆ, ਫਿਰਨ ਤੁਰਨ ਦਾ ਵੀ ਸੰਜਮ ਹੈ, ਵੀ ਅਵਾਰਾ ਘੁੰਮੀ ਜਾਓਗੇ ਮਨ ਵੀ ਅਵਾਰਾ ਹੋ ਜਾਏਗਾ। ਮਨ ਦਾ ਵੀ ਸੰਜਮ ਹੈ ਕਿ ਇਹਨਾਂ ਨਫ਼ਰਤ ਨਹੀਂ ਕਰਨੀ, ਬੁਰਾ ਨਹੀਂ ਸੋਚਣਾ, ਬੁਰਾ ਨਹੀਂ ਚਿਤਵਣਾ, ਔਰ ਘਿਰਣਾ ਨਹੀਂ ਕਰਨੀ, ਈਰਖਾ ਨਹੀਂ ਕਰਨੀ, ਦਵੈਸ਼ ਨਹੀਂ ਕਰਨੀ। ਮਨ ਦਾ ਵੀ ਸੰਜਮ। ਬੁੱਧੀ ਦਾ ਵੀ ਹੈ, ਗਲਤ ਚੀਜ਼ਾਂ ਗ੍ਰਹਿਣ ਨਹੀਂ ਕਰਨੀਆਂ। ਜਿਹੜੇ ਗਲਤ ਚੀਜ਼ਾਂ ਗ੍ਰਹਿਣ ਕਰਾਂਗੇ ਉਹ ਵਾਰ-ਵਾਰ ਸੋਚੇਗਾ, ਡਿਪਰੈਸ਼ਨ ਬਣ ਜਾਏਗਾ। ਸੋਚ ਚੰਗੀ ਬਣਾਉਣੀ, ਪਵਿੱਤਰ ਬਣਾਉਣੀ, ਜਿਹੜਾ ਸਾਡਾ ਕਲਿਆਣ ਕਰੇ, ਸਾਡਾ ਭਲਾ ਕਰੇ। ਗਲਤ ਸੋਚ ਨਹੀਂ ਸੋਚਣੀ, ਚੰਗੀ ਸੋਚ ਜਿਹੜੀ ਹੈ ਉਹ ਸੋਚਣੀ। ਆਵਾਗੁਣ ਸੋਚਣ ਦੀ ਲੋੜ ਨਹੀਂ, ਕਿਉਂਕਿ ਸਾਰਾ ਪਰਮਾਤਮਾ ਦੇ ਹੁਕਮ 'ਚ ਹੋ ਰਿਹਾ। ਐਵੇਂ ਵਿਅਰਥ ਦੀ ਚਿੰਤਾ ਕਰੀ ਚਲਾਂਗੇ, ਮਨ ਪਰੇਸ਼ਾਨ ਹੋ ਜਾਏਗਾ। ਭਜਨ ਦਾ ਵੀ ਇਹ ਹੀ ਹੈ ਵੀ ਫੁਰਨੇ ਘਟਾਉਣੇ, ਜਿਹੜੇ ਫੁਰਨੇ ਘਟ ਜਾਂਦੇ ਮਨ ਸ਼ਾਂਤ ਹੋ ਜਾਂਦਾ।
ਹੁਣ ਪਾਣੀ ਵਿੱਚ ਆਪਾਂ ਢੀਮ ਮਾਰਾਂਗੇ ਤੇ ਉਹ ਵੀ ਫਿਰ ਉਛਲੇਗਾ, ਤੇ ਜੇ ਨਹੀਂ ਸ਼ਾਂਤ ਆ, ਤੇ ਜੇ ਸ਼ਾਂਤ ਆ ਮਨ ਤੇ ਪਾਣੀ ਟਿਕਿਆ ਤੇ ਚਿਹਰਾ ਵੀ ਦੀਦਾ, ਤੇ ਮਨ ਵੀ ਟਿਕਾ 'ਚ ਹੋ ਜਾਏ ਤੇ ਆਪਣੀ ਆਤਮਾ ਵੀ ਦੀਦੀ ਹੈ। ਇਸ ਵਾਸਤੇ ਫਿਰ ਸਾਰਿਆਂ 'ਚ ਵੀ ਉਹ ਪਰਮਾਤਮਾ ਦੇਖਦਾ, ਉਹ ਕਹਿੰਦਾ ਬੁਰਾ ਸੋਚਦਾ ਹੀ ਨਹੀਂ। ਜਿਹੜਾ ਗੁਰੂ ਪਿਆਰਾ ਇਉਂ ਬਣ ਜਾਂਦਾ ਨਾ, ਫਿਰ ਉਹਦੀ ਮਹਾਰਾਜ ਹਰ ਥਾਂ ਰੱਖਿਆ ਕਰਦੇ। ਪ੍ਰਹਲਾਦ ਨੇ ਬਿਰਤੀ ਬਣਾ ਲਈ, ਉਹਦੀ ਦ੍ਰਿਸ਼ਟੀ ਜਿਹੜੀ ਸੀ ਸਾਰਿਆਂ 'ਚ ਪਰਮਾਤਮਾ ਦੇਖਣ ਵਾਲੀ ਬਣ ਗਈ। ਕਿਉਂਕਿ ਜਦੋਂ ਆਪਣੀ ਮਾਤਾ ਦੇ ਪੇਟ ਵਿੱਚ ਸੀ ਤੇ ਇਹਦਾ ਪਿਤਾ ਜਿਹੜਾ ਹਿਰਣਕਸ਼ਪ ਸੀ, ਉਹਨੂੰ ਇੰਦਰ ਨੇ ਮਾਰਿਆ। ਇਹਦੀ ਮਾਤਾ ਜਿਹੜੀ ਸੀ ਉਹਨੂੰ ਉਹ ਪਕੜ ਕੇ ਲੈ ਗਿਆ, ਵੀ ਇਹਦੇ ਪੇਟ 'ਚ ਬੱਚਾ, ਇਹਨੂੰ ਵੀ ਮਾਰਨਾ, ਤੇ ਇਹ ਸਾਨੂੰ ਦੈਂਤ ਤੰਗ ਕਰਦੇ ਆ। ਰਸਤੇ 'ਚ ਅੰਦਰ ਨਾਰਦ ਮਿਲ ਪਿਆ, ਕਹਿੰਦੇ ਇਹ ਕੀ ਗੱਲ, ਇਸ ਇਸਤਰੀ 'ਤੇ ਵਾਰ ਨਹੀਂ ਕਰਨਾ ਚਾਹੀਦਾ। ਤੇ ਇਸਤਰੀ 'ਚ ਚਾਣਕ ਨੇ ਲਿਖਿਆ ਵੀ 7 ਦੋਸ਼ ਵੀ ਹੋਣ ਫਿਰ ਵੀ ਉਹਦੀ ਰੱਖਿਆ ਕਰੋ, ਸਹਾਇਤਾ ਕਰੋ ਉਹਦੀ, ਕਿਉਂਕਿ ਜਗਤ ਜਨਨੀ ਹੈ, ਇਹ ਤੋਂ ਸੰਸਾਰ ਦਾ ਵਾਧਾ ਹੁੰਦਾ, ਸਮਾਜ ਦਾ ਜ਼ਰੂਰੀ ਅੰਗ ਹੈ। ਤੇ ਕਹਿੰਦੇ ਫਿਰ ਕਹਿੰਦੇ ਤੂੰ ਇਹਨੂੰ ਸੰਤਾਂ ਦੇ ਆਸ਼ਰਮ 'ਚ ਰੱਖੋ, ਜਿੱਥੇ ਕਥਾ ਵਾਰਤਾ ਹੋਵੇ, ਹਰੀ ਜਸ ਹੋਵੇ, ਨਾਮ ਬਾਣੀ ਦਾ ਉਪਦੇਸ਼ ਦਿਓ। ਜਿਲੇ ਸੁਣੇਗੀ, ਸੇਵਾ ਸੁਣ ਕਰੇਗੀ, ਕਥਾ ਵਾਰਤਾ ਸੁਣੇਗੀ, ਇਹ 'ਤੇ ਵੀ ਪ੍ਰਭਾਵ ਪਾਏਗਾ, ਅਤੇ ਜਿਹੜਾ ਪੇਟ 'ਚ ਬੱਚਾ ਉੱਤੇ ਵੀ ਪਾਏਗਾ, ਉਹ ਫਿਰ ਭਗਤ ਬਣ ਜਾਏਗਾ। ਅਤੇ ਇਹ ਜਿਹੜੇ ਦੈਂਤ ਆ, ਇਹ ਨਾਸਤਕ ਆ, ਉਹ ਫਿਰ ਉਹਨੂੰ ਭਗਤੀ ਤੋਂ ਰੋਕਣਗੇ, ਅਤੇ ਭਗਤ ਦੀ ਰੱਖਿਆ ਲਈ ਫਿਰ ਪਰਮਾਤਮਾ ਪ੍ਰਗਟ ਹੁੰਦਾ, ਅਤੇ ਪਰਮਾਤਮਾ ਆਪੇ ਹੀ ਇਹਨਾਂ ਦੁਸ਼ਟਾਂ ਨੂੰ ਮਾਰੇਗਾ। ਤੈਨੂੰ ਲੋੜ ਨਹੀਂ, ਅਤੇ ਤੇਰਾ ਕੰਮ ਆਪੇ ਹੀ ਬਣ ਜਾਊਗਾ। ਫਿਰ ਉਹ ਇੰਦਰ ਸਮਝ ਗਿਆ, ਉਹਨੇ ਫਿਰ ਇਹਨਾਂ ਨੂੰ ਮਹਾਂਪੁਰਖਾਂ ਦੇ ਆਸ਼ਰਮ 'ਚ ਛੱਡਿਆ, ਕਿਉਂਕਿ ਅੱਗੇ ਗੁਰੂਕੁਲਾਂ ਹੁੰਦੀਆਂ ਸੀ ਸਾਡੇ ਦੇਸ਼ 'ਚ। ਉਹ ਮਹਾਂਪੁਰਖ ਬੜੇ ਵਿਦਵਾਨ, ਜੋਤੀ ਸਤੀ, ਭਜਨੀਕ ਹੁੰਦੇ ਸੀ, ਅਤੇ 5 ਸਾਲ ਦੇ ਬੱਚੇ ਛੱਡੇ ਜਾਂਦੇ ਸੀ। ਫਿਰ 25 ਸਾਲ ਤੱਕ ਉਹ ਉਹਨਾਂ ਨੂੰ ਇਹ ਸਾਰੀ ਵਿਦਿਆ ਦਿੰਦੇ ਸੀ। 5 ਤੋਂ 12 ਸਾਲ ਤੱਕ ਧਾਰਮਿਕ, 12 ਤੋਂ 25 ਤੀਂ ਫਿਰ ਦੂਜੀਆਂ ਵਿਦਿਆ, ਜਿਹਦੇ ਨਾਲ ਆਪਣੀ ਕਿਰਤ ਵਿਰਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਲੈਣ। ਇਹ ਸਾਡੇ ਦੇਸ਼ ਦਾ ਸੀ। ਫਿਰ ਮੁਗਲ ਆ ਗਿਆ, ਇਹਨਾਂ ਨੇ ਉਹ ਪਰੰਪਰਾ ਤੋੜ ਦਿੱਤੀਆਂ, ਗੋਰੇ ਆ ਗਿਆ, ਉਹਨੇ ਆਪਣੇ ਢੰਗ ਨਾਲ। ਇਸ ਵਾਸਤੇ ਜਿਹੜੀ ਸਾਡੇ ਦੇਸ਼ ਦੀ ਪਰੰਪਰਾ ਸੀ ਇਹ ਸੀ, ਉਹ ਜਿਹੜੇ ਫਿਰ ਰਾਜੇ ਵੀ ਧਰਮੀ ਹੁੰਦੇ ਸੀ, ਉਹ ਫਿਰ ਉਹਨਾਂ ਆਸ਼ਰਮਾਂ ਜਾਂ ਮਹਾਂਪੁਰਖਾਂ ਦੀ ਬੜੀ ਸਹਾਇਤਾ ਕਰਦੇ ਸੀ, ਵੀ ਤਾਂ ਜੋ ਉਹ ਆਸ਼ਰਮਾਂ ਦਾ ਪ੍ਰਬੰਧ ਸਹੀ ਚੱਲੇ, ਅਤੇ ਜਿਹੜੇ ਉੱਤੇ ਬੱਚੇ ਵਿਦਿਆਰਥੀ ਆ ਸੁਚੱਜੇ ਜੀਵਨ ਬਣ, ਦੇਸ਼ ਦੀ ਜਿਹੜੀ ਪ੍ਰਜਾ ਆ ਉਹ ਸਹੀ ਹੋਵੇ। ਪ੍ਰਜਾ ਸਹੀ ਤਾਂ ਹੀ ਹੋਊਗੀ ਜੇ ਬਚਪਨ ਵਿੱਚ ਪ੍ਰਜਾ ਦੇ ਇਹਨਾਂ ਬੱਚਿਆਂ ਨੂੰ ਸੰਭਾਲਿਆ ਜਾਏ, ਉਹਨਾਂ ਨੂੰ ਸਹੀ ਸਿੱਖਿਆ ਦਿੱਤੀ ਜਾਏ। ਉਹ ਧਰਮੀ ਰਾਜੇ ਸੀ, ਉਹ ਫਿਰ ਆਪ ਵੀ ਇਹਨਾਂ ਆਸ਼ਰਮਾਂ 'ਚੋਂ ਗਿਆਨ ਲੈ ਕੇ ਜਾਂਦੇ ਸੀ, ਅਤੇ ਇਹਨਾਂ ਆਸ਼ਰਮਾਂ ਦਾ ਉਹ ਖਿਆਲ ਵੀ ਰੱਖਦੇ ਸੀ, ਅਤੇ ਉਹਨਾਂ ਵਿਦਵਾਨਾਂ ਦੀ ਵੀ ਕਦਰ ਕਰਦੇ ਸੀ, ਸਹਾਇਤਾ ਕਰਦੇ ਸੀ। ਹੁਣ ਉਹ ਸਾਰੀ ਚੀਜ਼ ਜਿਹੜੀ ਹੈ ਹੋਰ ਪਾਸੇ ਚਲੇ ਗਈ ਹੈ। ਇਸ ਕਰਕੇ ਸੰਸਾਰ ਦਾ ਢਾਂਚਾ ਵੀ ਸਾਰਾ ਸਾਹਮਣੇ ਦੇਖਦੇ ਹੀ ਹਾਂ, ਸਾਰਾ ਹੀ ਅਸਤ ਵਿਅਸਤ ਹੋਇਆ ਪਿਆ। ਹੁਣ ਪੁਰਜੇ ਖਿੰਡੇ ਹੋਣ ਤਾਂ ਇੰਜਣ ਕਿਵੇਂ ਚੱਲੂਗਾ? ਜੇ ਸਹੀ ਪੁਰਜਾ ਸਹੀ ਥਾਂ ਫਿੱਟ ਹੋਏਗਾ, ਫਿਰ ਇੰਜਣ ਗੱਡੀ ਮੋਟਰ ਚੱਲੇਗੀ। ਇਹ ਸੰਸਾਰ ਦਾ ਵੀ ਇਵੇਂ ਹੈ, ਜੇ ਤਾਂ ਮਰਜ਼ਾਦਾ ਵਿੱਚ ਸਹੀ ਰਹਿਣ ਤਾਂ ਸਾਰਾ ਸਤਿਯੁਗ ਹੀ ਬਣ ਜਾਂਦਾ, ਅਤੇ ਜੇ ਵੀ ਇਹ ਕਿਰਿਆ ਸਾਰੀ ਵਿਗੜ ਜਾਏ ਫਿਰ ਕਲਯੁਗ ਹੀ ਹੈ। ਹੁਣ ਇਹ ਤਾਂ ਰਾਜ ਸੱਤਾ ਦਾ ਇਹ ਹੈ ਵੀ ਪ੍ਰਜਾ ਨੂੰ ਅਸੀਂ ਧਰਮੀ ਬਣਾਉਣਾ ਕਿ ਕੁਕਰਮੀ ਬਣਾਉਣਾ, ਅਤੇ ਜੇ ਉਹ ਰਾਜੇ ਲੋਕ ਆਪ ਕੁਕਰਮੀ ਹੋਣਗੇ ਤਾਂ ਪ੍ਰਜਾ ਨੂੰ ਧਰਮ ਦਾ ਗਿਆਨ ਕਿੱਥੋਂ ਦੇਣਗੇ? ਪਰ ਉਹ ਰਾਜੇ ਜਿਹੜੇ ਧਰਮੀ ਸੀ, ਉਹ ਫਿਰ ਜਿੰਨੇ ਵੀ ਗੁਰੂ ਕੁਲਾਂ ਸੀ ਉਹਨਾਂ ਦੀ ਵੀ ਸਹਾਇਤਾ ਕਰਦੇ ਸੀ, ਅਤੇ ਉਹ ਜਿਹੜੇ ਵਿਦਵਾਨ ਸੀ ਜੋ ਪੂਰੇ ਪ੍ਰਕਾਂਡ ਵਿਦਵਾਨ, ਹਰ ਤਰ੍ਹਾਂ ਦਾ ਨੌਲੇਜ ਰੱਖਦੇ ਸੀ, ਉਹਨਾਂ ਮਹਾਂਪੁਰਖਾਂ ਦੀ ਉਹ ਪੂਰੀ ਸਹਾਇਤਾ ਕਰਦੇ ਸੀ, ਅਤੇ ਆਸ਼ਰਮਾਂ ਦਾ ਖਿਆਲ ਰੱਖਦੇ ਸੀ।
ਉਹ ਬੱਚੇ ਫਿਰ ਬੜੇ ਸ੍ਰੇਸ਼ਟ ਪੈਦਾ ਹੁੰਦੇ ਸੀ। ਅਤੇ ਸਾਡੇ ਦੇਸ਼ ਦੀ ਪਰੰਪਰਾ ਕਿੰਨੀ ਸੁੰਦਰ ਸੀ ਅਤੇ ਸਾਰੀ ਦੁਨੀਆ ਭਾਰਤ ਦੀ ਸੱਭਿਅਤਾ ਨੂੰ ਸਰਵੋਤਮ ਔਰ ਸ੍ਰੇਸ਼ਟ ਮੰਨਦੀ ਸੀ। ਪੁਰਾਣੇ ਗ੍ਰੰਥ ਪੜ੍ਹੀਏ, ਉਹਨਾਂ ਚੀਜ਼ਾਂ ਬਾਰੇ ਪਤਾ ਲੱਗਦਾ ਕਿ ਉਹ ਕੈਸੇ ਧਰਮੀ ਰਾਜੇ, ਪ੍ਰਜਾ ਕੈਸੇ ਸੀ। ਜਦੋਂ ਫਿਰ ਦੁਸ਼ਟ ਲੋਕ ਆ ਗਏ, ਇਹਨਾਂ ਦੇ ਹੱਥ ਵਿੱਚ ਸੱਤਾ ਆ ਗਈ, ਉਹਨੇ ਸਾਰੇ ਫਿਰ ਉਹ ਤਹਿਸ ਨਹਿਸ ਜਿਹਾ ਕਰ ਦਿੱਤਾ। ਉਹ ਤਰ੍ਹਾਂ ਦਾ ਚਲਾਈ ਜਾਂਦਾ। ਹੁਣ ਫਿਰ ਉਹ ਜਦੋਂ ਸਮਝਾਇਆ, ਸਮਝ ਗਿਆ। ਉਹ ਫਿਰ ਪ੍ਰਹਲਾਦ ਦੀ ਮਾਤਾ ਨੂੰ ਉੱਥੇ ਰੱਖਿਆ। ਉਹਨੇ ਵੀ ਕਥਾ ਵਾਰਤਾ ਸੁਣਨੀ, ਝਾੜੂ ਵਾਰੂ ਕਰਨਾ, ਲੰਗਰ ਪਾਣੀ ਸੇਵਾ ਕਰਨੀ, ਭਜਨ ਬਾਣੀ ਕਰਨੀ। ਅਤੇ ਉਹ ਫਿਰ ਪ੍ਰਹਲਾਦ ਦੇ ਸੰਸਕਾਰ, ਅਤੇ ਉਹ ਜਨਮ ਤੋਂ ਹੀ ਉਹਦੇ ਸੰਸਕਾਰ ਫਿਰ ਇੱਧਰਲੇ ਸੀ। ਅਤੇ ਉਹ ਮਾਤਾ ਨੂੰ ਵੀ ਸਿੱਖਿਆ ਇਹ ਦੇਣੀ ਕਿ ਪਰਮੇਸ਼ਰ ਭਜਨ ਕਰੋ, ਨਾਮ ਜਪੋ, ਮਾਤਾ ਪਿਤਾ ਦਾ ਸਤਿਕਾਰ ਕਰੋ, ਗੁਰੂ ਉਸਤਾਦ ਦਾ ਸਤਿਕਾਰ ਕਰੋ, ਸਭ ਨਾਲ ਪਿਆਰ ਕਰੋ। ਕਹਿੰਦਾ ਬੁਰਾ ਨਾ ਸੋਚੋ, ਸਭ ਦਾ ਭਲਾ ਸੋਚੋ, ਵੱਡਿਆਂ ਦਾ ਸਤਿਕਾਰ ਕਰੋ, ਨਿਮਰਤਾ ਧਾਰੋ, ਗਰੀਬੀ ਧਾਰੋ, ਹਲੀਮੀ ਧਾਰੋ, ਕੌੜਾ ਫਿੱਕਾ, ਗਾਲੀ ਗਲੋਚ, ਮਾੜਾ ਬਚਨ ਨਾ ਕਰੋ, ਮਾੜੀ ਗੱਲ ਨਾ ਸੁਣੋ, ਮਾੜੇ ਪਾਸੇ ਜਾਓ ਨਾ, ਮਾੜੇ ਕੰਮ ਨਾ ਕਰੋ। ਇਹ ਸਾਰੀ ਫਿਰ ਸਿੱਖਿਆ। ਮਾਤਾ ਤੋਂ ਵੀ ਬਹੁਤ ਕੁਛ ਮਿਲਦਾ ਹੈ, ਕਿਉਂਕਿ ਪਹਿਲੇ ਗੁਰੂ ਮਾਂ ਪਿਓ ਹੁੰਦੇ ਆ। ਬੋਲੀ ਵੀ ਉਹੀ ਜਿਹੜੀ ਮਾਂ ਬੋਲਦੀ ਉਹੀ ਬੱਚੇ ਨੂੰ ਹੁੰਦੀ। ਇਸ ਕਰਕੇ ਮਦਰ ਲੈਂਗੁਏਜ ਕਹਿੰਦੇ ਆ, ਫਾਦਰ ਲੈਂਗੁਏਜ ਨਹੀਂ ਕਹਿੰਦੇ। ਜਿਹੜੀ ਮਾਂ ਨੇ ਸਿਖਾ ਲਈ, ਅੰਗਰੇਜ਼ੀ ਬੋਲਦੀ ਅੰਗਰੇਜ਼ੀ ਸਿਖਾ ਦਿੰਦੀ ਹੈ, ਪੰਜਾਬੀ ਹਿੰਦੀ ਉਹ ਸਿਖਾ ਦਿੰਦੀ, ਅਰਬੀ ਫਾਰਸੀ ਉਹ ਸਿਖਾ ਦਿੰਦੀ, ਮਾਤਾ ਦੀ ਬੋਲੀ। ਫਿਰ ਸਕੂਲਾਂ 'ਚ ਹੋਰ ਵੀ ਜਵਾਨਾਂ ਬੇਅੰਤ ਹੈਗੀਆਂ, ਪੜ੍ਹਨ ਵਾਲੇ ਪੜ੍ਹਦੇ ਆ। ਇਸ ਤਰ੍ਹਾਂ ਫਿਰ ਮਾਤਾ ਪਿਤਾ ਦਾ ਵੀ ਫਰਜ਼ ਹੈ ਨੇਕ ਸਿੱਖਿਆ, ਸਹੀ ਸਿੱਖਿਆ ਦੇਣੀ। ਫਿਰ ਬਾਕੀ ਵਿਦਿਆਲਿਆਂ ਵਿੱਚ ਜਿਹੜੇ ਉਸਤਾਦ ਆ ਉਹਨਾਂ ਦਾ ਕੰਮ ਆ ਉਹ ਬਿਹਾਰ ਦਾ ਵੀ, ਰਾਜਨੀਤੀ ਦਾ ਵੀ, ਧਰਮ ਦਾ ਵੀ, ਸਮਾਜ ਦਾ ਸਹੀ ਉਪਦੇਸ਼, ਸਤਿਕਾਰ ਪਿਆਰ ਸਿਖਾਉਣ। ਇਸ ਤਰ੍ਹਾਂ ਵੀ ਮਹਾਤਮਾ ਜਨ ਉਹਨਾਂ ਦਾ ਤਾਂ ਫਿਰ ਧਰਮ ਖੇਤਰ ਵਿਸ਼ੇਸ਼ ਆ। ਇਸ ਪਾਸੇ ਉਹ ਸਾਰਾ ਮਨੁੱਖਿਆਂ ਨੂੰ ਕਿਵੇਂ ਸਫਲ ਕਰਨਾ, ਉਹਦੇ ਵਾਸਤੇ ਸਾਰਾ ਉਪਦੇਸ਼ ਜਿਹੜਾ ਦੇਣਾ ਹੈ। ਅਤੇ ਰਾਜਾਂ ਦਾ ਵੀ ਹੈ ਪ੍ਰਜਾ ਦੀ ਬਾਹਰੋਂ ਅੰਦਰੋਂ ਰੱਖਿਆ ਕਰਨੀ, ਲੋੜਾਂ ਪੂਰੀਆਂ ਕਰਨੀਆਂ। ਇਸ ਵਾਸਤੇ ਐਸਾ ਹੈਗਾ। ਅਤੇ ਉਹ ਫਿਰ ਪ੍ਰਹਲਾਦ ਜਿਹੜਾ ਸੀ ਕੁਦਰਤੀ ਬਲ ਵਾਸਤਾ ਜਿੱਧਰ ਤੁਰ ਪਿਆ, ਰਾਮ ਰਮ ਜਪਣਾ, ਬਾਲਕਾਂ ਨੂੰ ਵੀ ਜਪਾਉਣਾ, ਉਹ ਕੁਦਰਤੀ ਜਾਂਦਾ ਸੀ। ਉਹ ਘੁਮਿਆਰ ਨੇ ਕੋਈ ਭਾਂਡਿਆਂ ਨੂੰ, ਆਵਿਆਂ ਨੂੰ ਅੱਗ ਦੇਣੀ ਸੀ। ਉਹ ਕਿਤੇ ਇੱਕ ਭਾਂਡੇ ਵਿੱਚ, ਤੌੜੇ ਵਿੱਚ ਬਿੱਲੀ ਨੇ ਬਲੂੰਗੜੇ ਦੇ ਦਿੱਤੇ। ਉਹਨੂੰ ਮੈਂ ਚੱਕ ਕੇ ਰੱਖਾਂਗਾ, ਅਤੇ ਜਿਹੜੇ ਅੱਗ ਦੇ ਦਿੱਤੀ, ਚੇਤਾ ਬਾਅਦ ਵਿੱਚ ਆਇਆ। ਉਹਨੂੰ ਅਰਦਾਸ ਕਰਦਾ, ਮਹਾਰਾਜ ਅੱਗ ਦੇ ਬੈਠਾ, ਬੜਾ ਪਾਪ ਆ, ਰੱਖਿਆ ਕਰੋ। ਉਹ ਪ੍ਰਹਲਾਦ ਨੇ ਸੁਣ ਲਿਆ। ਕਹਿੰਦੇ ਉਹ ਰਾਮ ਕੌਣ ਆ ਜਿਹੜਾ ਰੱਖਿਆ ਕਰਦਾ ਬਲੂੰਗੜਿਆਂ ਦੀ? ਉਹ ਕਹਿੰਦੇ ਗਾਂ ਨਾ ਕਰੀ, ਉਹ ਤੇਰਾ ਚਾਚਾ ਜਿਹੜਾ ਹਿਰਣਕਸ਼ਿਪ ਆ ਸਾਨੂੰ ਮਾਰ ਦਊਗਾ। ਕਹਿੰਦੇ ਨਾ ਤੂੰ ਰੱਖਿਆ ਕਰ ਦੀ ਅਰਦਾਸ ਕਰਦਾ, ਜਿਹੜਾ ਬਲੂੰਗੜਿਆਂ ਦੀ ਰੱਖਿਆ ਕਰਦਾ ਸਾਡੀ ਨਾ ਕਰੂਗਾ। ਘੁਮਿਆਰ ਨੂੰ ਕਹਿਣ ਲੱਗਾ ਵੀ ਨਾ ਇਹ ਕਹਿੰਦਾ ਰੱਖਿਆ ਕਰ ਅੱਗ 'ਚੋਂ, ਵੀ ਜਿਹੜਾ ਅੱਗ 'ਚੋਂ ਰੱਖਿਆ ਕਰ ਸਕਦਾ ਸਾਡੀ ਨਹੀਂ ਕਰੂਗਾ, ਅਸੀਂ ਤਾਂ ਬਾਹਰ ਆ। ਉਹ ਪ੍ਰਹਲਾਦ ਨੂੰ ਜਨਮ ਤੋਂ ਸਿੱਧੀ ਸੰਸਕਾਰ ਚੰਗੇ, ਉਹਨੂੰ ਵੀ ਹੋਇਆ ਵੀ ਗੱਲ ਤਾਂ ਸਹੀ ਆ। ਉਹ ਵੀ ਉਹਨਾਂ ਦੀ ਰੱਖਿਆ ਹੋਵੇ। ਪ੍ਰਹਲਾਦ ਦਾ ਤਾਂ ਫਿਰ ਨਿਸ਼ਚਾ ਬਹੁਤ ਪੱਕਾ ਹੀ ਹੋ ਗਿਆ। ਜਿਹੜੇ ਦੇਖਿਆ ਬਲੂੰਗੜੇ ਜਿਹੜੇ ਸੀ ਮਾਰਨ ਰੱਖਿਆ ਕੀਤੀ, ਵੀ ਇਹਨੇ ਛੋਟੇ ਛੋਟੇ ਬਲੂੰਗੜੇ ਹੀ ਕਰ ਸਕਦਾ, ਮੈਂ ਬੰਦਾ ਮੇਰੀ ਨਾ ਕਰੂਗਾ। ਬਸ ਉਹ ਦਿਨ ਰਾਤ ਰਾਮ ਰਾਮ ਰਾਮ। ਫਿਰ ਹਰਨਾਕਸ਼ ਨੇ ਪੂਰਾ ਜ਼ੋਰ ਲਾਇਆ, ਉਹਦੀ ਭੂਆ ਨੇ ਵੀ। ਹਾਂਜੀ, ਸਾਰੇ ਜਦੋਂ ਰਾਜਾ ਉਲਟ ਸੀ ਸਾਰੇ ਉਲਟ ਸੀਗੇ। ਅਤੇ ਪਰ ਉਹ ਰਾਮ ਰਾਮ ਜਪਦਾ ਰਿਹਾ, ਉਹਦੀ ਰੱਖਿਆ ਹੋਈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਵੀ ਜੇ ਉਹਦਾ ਬਣ ਜਾਂਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਆਪ ਸਵਾਰੇ ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਅਤੇ ਜਦੋਂ ਆਪਾਂ ਕਿਸੇ ਦਾ ਬੁਰਾ ਨਹੀਂ ਸੋਚਦੇ, ਉਹਦੀ ਰੱਖਿਆ ਫਿਰ ਪਰਮੇਸ਼ਰ ਹਰ ਥਾਂ ਕਰਦਾ ਹੈ। ਇਸ ਕਰਕੇ ਕੋਈ ਕਿਸੇ ਦਾ ਬੁਰਾ ਨਹੀਂ, ਸਾਡੇ ਬੁਰੇ ਕਰਮ ਹੀ ਸਾਡਾ ਨੁਕਸਾਨ ਕਰਦੇ ਆ। ਇਸ ਵਾਸਤੇ ਵੀਰਾ ਆਪਨ ਬੁਰਾ ਮਿਟਾਵੇ, ਤਾਹੂੰ ਬੁਰਾ ਨਿਕਟ ਨਹੀਂ ਆਵੇ। ਇਸ ਵਾਸਤੇ ਇਹ ਜਿਹੜੀ ਚੀਜ਼ ਹੈ ਮਹਾਰਾਜ
ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਹਨ। ਬਿਲਾਵਲ ਮਹੱਲਾ ਪੰਜਵਾਂ। ਬਿਲਾਵਲ ਰਾਗ ਆ, ਇਹ ਬੜਾ ਖੁਸ਼ੀ ਦਾ ਰਾਗ ਆ। ਇਹ ਹਰ ਸਮੇਂ ਗਾਇਆ ਜਾਂਦਾ, ਜਦੋਂ ਮਰਜ਼ੀ ਗਾਓ। ਕਈ ਰਾਗਾਂ ਦੀ ਬੰਦਿਸ਼ ਹੈ ਵੀ ਫਲਾਣੇ ਟਾਈਮ ਗਾਉਣਾ, ਇਹ ਹਰ ਵੇਲੇ ਗਾ ਸਕਦੇ। ਤਾਤੀ ਵਾਓ ਨਾ ਲੱਗੇ। ਮਹਾਰਾਜ ਕਹਿੰਦੇ ਜਿਹੜਾ ਉਸ ਪਰਮਾਤਮਾ ਦੀ ਓਟ ਲੈ ਲੈਂਦਾ ਹੈ, ਉਹਨਾਂ ਨੂੰ ਤੱਤੀ ਵਾਓ ਹਵਾ ਦਾ ਬੁੱਲਾ ਨਹੀਂ ਲੱਗਦਾ। ਭਾਵ ਮਹਾਰਾਜ ਉਹਨਾਂ ਦੀ ਰੱਖਿਆ ਕਰਦੇ ਹਨ। ਪਾਰ ਬ੍ਰਹਮ ਸਰਨਾਈ ਕਿਹਨਾਂ ਦੀ? ਜਿਹਨੇ ਪਾਰ ਬ੍ਰਹਮ ਪਰਮੇਸ਼ਰ ਦੀ ਸ਼ਰਨ ਲੈ ਲਈ। ਹੁਣ ਦੇਖੋ ਦੁਸਹਿਰੇ ਦਾ ਤਿਉਹਾਰ ਨਿਕਲਿਆ, ਮਾਤਾ ਸੀਤਾ ਨੂੰ ਰਾਵਣ ਤੇ ਚੁਰਾ ਕੇ ਲੈ ਗਿਆ। ਅਤੇ ਹੁਣ ਉੱਥੇ ਸਮੁੰਦਰੋਂ ਪਾਰ ਲੰਕਾ ਦੇਸ਼ ਕੋਈ ਰਖਵਾਲਾ ਸੀ, ਨਾ ਕੋਈ ਰਿਸ਼ਤੇਦਾਰ, ਨਾ ਕੋਈ। ਸਿਰਫ ਉਹਦੇ ਕੋਲ 2 ਅੱਖਰ ਸੀ, ਰਾਰਾ ਮੰਮਾ ਰਾਮ, ਜਿਵੇਂ ਪ੍ਰਹਲਾਦ ਦੇ ਕੋਲ ਸੀ। ਕਿਉਂ ਰਾਮ ਉਹਦੇ ਪਤੀ ਵੀ ਸੀਗੇ, ਭਗਵਾਨ ਵੀ ਸੀਗੇ। ਅਤੇ ਫਿਰ ਉਹ ਦਿਨ ਰਾਤ ਜਪਦੀ ਹੈ। ਅਤੇ ਉਹ ਜਿਹੜਾ ਪਰਮੇਸ਼ਰ ਦਾ ਨਾਮ ਸੀ, ਉਹਨੇ ਉਹਦੀ ਰੱਖਿਆ ਕੀਤੀ। ਇਹ ਨਾਮ ਵਿੱਚ ਐਡੀ ਬਰਕਤ। ਨਹੀਂ ਤਾਂ ਹੁਣ ਇਸਤਰੀ ਜਾਤੀ ਸੀ ਅਤੇ ਪਰਦੇਸ ਵਿੱਚ ਬੜਾ ਦੁੱਖ ਸੀ। ਸਾਰੀ ਚੜਾਲ ਚੌਕੜੀ ਸੀ, ਦੁਸ਼ਟ ਲੋਕ ਸੀਗੇ। ਪਰ ਜਦੋਂ ਪਰਮਾਤਮਾ ਦਾ ਕੋਈ ਆਸਰਾ ਲੈਂਦਾ, ਤਾਤੀ ਵਾਹ ਨਾ ਲੱਗੇ। ਉਹ ਤੱਤੀ ਵਾਹ ਨਹੀਂ ਲੱਗਣ ਦਿੰਦਾ ਹੈ। ਪਾਰ ਬ੍ਰਹਮ ਸਰਨਾਈ, ਜਿਹੜਾ ਪਾਰ ਬ੍ਰਹਮ ਦੀ ਸ਼ਰਨ ਲੈਂਦਾ ਹੈ। ਚੌਗਿਰਦ ਹਮਾਰਾ ਰਾਮ ਕਰ ਦੁੱਖ ਲਗਨ ਭਾਈ। ਦੁੱਖ ਆਇਆ ਕਿਉਂ ਸੀਤਾ ਨੂੰ? ਹੁਣ ਉਹ ਜਿਹੜਾ ਮਰੀਚੀ ਸੀ, ਉਹ ਦੁਭਾਸ਼ੀਆ ਸੀ, ਹਰ ਤਰ੍ਹਾਂ ਹੀ ਬੋਲੀ ਬੋਲ ਲੈਂਦਾ ਸੀ। ਅਤੇ ਰਾਵਣ ਨੇ ਉਹਨੂੰ ਸਿਖਾ ਲਿਆ, ਅਤੇ ਉਸਨੇ ਉਹ ਇਸ ਤਰ੍ਹਾਂ ਸਾਰਾ ਭਰਾਵਾ ਬਣਾਇਆ ਸੀ, ਜਿਵੇਂ ਹਾਰਨ ਦਾ ਹੁੰਦਾ। ਅਤੇ ਉਹ ਉੱਥੋਂ ਦੌੜਿਆ। ਜਿਹੜੇ ਮਾਤਾ ਸੀਤਾ ਨੇ ਦੇਖਿਆ, ਸ਼੍ਰੀ ਰਾਮ ਚੰਦਰ ਕਹਿੰਦੇ ਵੀ ਇਹ ਹਰਨ ਮੈਨੂੰ ਲਿਆ ਕੇ ਦਿਓ। ਉਹ ਕਹਿੰਦੇ ਹਰਨ ਹੁਰਨ ਨਹੀਂ ਹੈ, ਤੂੰ ਇਸ ਤਰ੍ਹਾਂ ਜਿੱਦ ਕਰ ਲਈ, ਜਿਵੇਂ ਬਾਲ ਹੱਠ ਆ, ਇਸਤਰੀ ਦਾ ਹੱਠ ਆ, ਰਾਜ ਹੱਠ ਆ। ਇਹ ਹੱਠ ਇਸ ਤਰ੍ਹਾਂ ਦੇ ਹੈਗੇ ਵੀ ਐਵੇਂ ਖਹਿੜੇ ਪੈ ਜਾਣਾ। ਹਾਂਜੀ, ਜਿਵੇਂ ਬਾਲਕਾਂ ਦਾ ਹੱਠ ਉਹ ਬੱਚਾ ਰੋਵੇ। ਅਕਬਰ ਕਹਿੰਦਾ ਬੱਚਾ ਤੇਰਾ ਰੋਂਦਾ? ਅਸੀਂ ਮਹਾਰਾਜ ਬੱਚਿਆਂ ਦਾ ਤਾਂ ਇਸ ਤਰ੍ਹਾਂ ਹੀ ਹੁੰਦਾ, ਅਸੀਂ ਨਹੀਂ ਕੀ ਚਾਹੁੰਦਾ? ਕਹਿੰਦੇ ਜੀ ਇਹ ਉਹ ਘੁਮਿਆਰ ਭਾਂਡੇ ਵੇਚਦਾ, ਇਹ ਕੁੱਜਾ ਚਾਹੁੰਦਾ। ਕਹਿੰਦੇ ਇਹ ਕਿੱਡੀ ਗੱਲ ਹੈ, ਕੁੱਜਾ ਲੈ ਦੇ। ਉਹ ਕੁੱਜਾ ਲੈ ਤਾ, ਥੋੜ੍ਹਾ ਚੁੱਪ ਹੋਇਆ, ਫੇਰ ਹੋਣ ਲੱਗ ਪਿਆ। ਕਹਿੰਦੇ ਹੁਣ? ਕਹਿੰਦੇ ਉਹ ਜਿਹੜਾ ਹਾਥੀ ਲੈ ਕੇ ਦੇ। ਕਹਿੰਦੇ ਹਾਥੀ ਲੈ ਲਿਆ, ਫੇਰ ਹੋਈ ਹੈ। ਕਹਿੰਦੇ ਹੁਣ? ਕਹਿੰਦੇ ਇਹ ਹੁਣ ਕਹਿੰਦਾ ਵੀ ਹਾਥੀ ਨੂੰ ਕੁੱਜੇ 'ਚ ਪਾ ਕੇ ਦੇ। ਵੀਰਬਲ ਕਹਿੰਦਾ ਨਾ ਤਾਂ ਹਾਥੀ ਕੁੱਜੇ 'ਚ ਪਵੇ, ਨਾ ਇਹਦਾ ਰੋਣਾ ਹਟੇ। ਇਹ ਬਾਲਕ ਜਿਹੜਾ ਹੁੰਦਾ ਬੁੱਧ ਅਚੇਤ ਜੋ ਉਹਨੇ ਵੀ ਹੱਠ ਕਰੀ ਜਾਣਾ। ਹਾਂਜੀ, ਉਹਦਾ ਇਸ ਤਰ੍ਹਾਂ ਹੀ ਹੁੰਦਾ। ਅਤੇ ਇਸ ਕਰਕੇ ਜਿਹੜਾ ਅਗਿਆਨੀ ਆਦਮੀ ਆ, ਉਹਦਾ ਵੀ ਝੂਠਾ ਹੱਠ ਹੁੰਦਾ, ਐਵੇਂ ਜਿੱਦ ਕਰੀ ਜਾਣੀ ਬਿਨਾਂ ਮਤਲਬ 'ਤੇ। ਪਰ ਜਿਹੜਾ ਸਿਆਣਾ ਬੰਦਾ ਉਹ ਫਿਰ ਨਹੀਂ। ਉਹ ਜਦੋਂ ਕੋਈ ਸਿਆਣਾ ਕਹਿੰਦਾ ਉਹਦੀ ਗੱਲ ਉਦੋਂ ਹੀ ਮੰਨ ਲੈਂਦਾ, ਉਹ ਮਨ ਵੀ ਸ਼ਾਂਤ ਹੋ ਜਾਂਦਾ। ਜਿਹੜੇ ਆਪਣੀ ਗੱਲ ਮਨਾਊਗਾ, ਜਿੱਦ ਕਰੂਗਾ, ਫਿਰ ਕਲੇਸ਼ ਹੋਊਗਾ, ਆਪ ਨੂੰ ਵੀ ਦੂਏ ਨੂੰ ਵੀ ਹੋਊਗਾ। ਇਸ ਵਾਸਤੇ ਮਹਾਰਾਜ ਕਹਿੰਦੇ ਆ ਚੌਗਿਰਦ ਹਮਾਰੇ ਰਾਮ ਕਰ। ਜੇ ਆਪਾਂ ਉਹਦਾ ਆਸਰਾ ਲਈਏ, ਉਹਦੀ ਰੱਖਿਆ ਲਈ ਚੌਗਿਰਦ 4 ਚੁਫੇਰੇ ਉਹਦੇ ਪਰਮਾਤਮਾ ਦੇ ਨਾਮ ਦੀ ਕਾਰ ਲਕੀਰ ਹੁੰਦੀ ਹੈ। ਹਾਂਜੀ, ਦੁੱਖ ਲੱਗੇ ਨਾ ਭਾਈ, ਫਿਰ ਕੋਈ ਦੁੱਖ ਨਹੀਂ ਲੱਗਦਾ। ਹੁਣ ਪ੍ਰਸ਼ਨ ਹੈ ਵੀ ਸੀਤਾ ਨੂੰ ਦੁੱਖ ਕਿਉਂ ਹੋਇਆ? ਉਹ ਜਿਸ ਵੇਲੇ ਉਹਨੇ ਜਿੱਦ ਕੀਤੀ, ਮਹਾਰਾਜ ਦਾ ਬਚਨ ਨਹੀਂ ਮੰਨਿਆ ਵੀ ਮੈਨੂੰ ਲਿਆ ਕੇ ਦੇ, ਮਹਾਰਾਜ ਚਲਾ ਗਿਆ ਅਤੇ ਸ਼੍ਰੀ ਲਛਮਣ ਜੀ ਦੀ ਸੇਵਾ ਲੱਗ ਗਿਆ, ਕਿਉਂਕਿ ਉਹ ਵੀ ਨਾਲ ਹੀ ਬਨਵਾਸ ਚਲਾ ਗਿਆ ਸੀ। ਇੰਨੀ ਵਫਾਦਾਰੀ ਦਿਖਾਈ, ਭਰਾਵਾਂ ਨੇ ਆਪਸ ਵਿੱਚ ਫੁੱਟ ਨਹੀਂ ਪਾਈ, ਬੜੀ ਏਕਤਾ ਵਿੱਚ ਰਹੇ। ਏਕਤਾ 'ਚ ਬਲ ਬੜਾ। ਇਹ 5 ਪਾਂਡਵਾਂ 'ਚ ਏਕ ਰਹੀ, ਏਕਤਾ ਰਹੀ। ਓੜਕ ਦੁੱਖ ਤਾਂ ਬੜੇ ਪੋ ਗਏ, ਜਿੱਤ ਉਹਨਾਂ ਦੀ ਹੋਈ। ਜੇ ਮਹਾਰਾਜ ਰਾਮ ਚੰਦਰ
ਲਛਮਣ ਜੀ, ਭਰਤ ਜੀ, ਸ਼ਤਰੂਘਨ ਅਥਵਾਕ ਰੱਖਿਆ ਅਤੇ ਲੰਕਾ 'ਤੇ ਉਹਨਾਂ ਦੀ ਜਿੱਤ ਹੋਈ। ਜਿਹੜੀ ਫੁੱਟ ਹੈ ਉਹ ਨੁਕਸਾਨ ਕਰਦੀ ਹੈ। ਇਸ ਤਰ੍ਹਾਂ ਖਾਲਸੇ 'ਚ ਜਿੰਨਾ ਚਿਰ ਏਕਤਾ ਰਹੀ ਹੈ ਅਤੇ ਖਾਲਸੇ ਦਾ ਕਿੰਨਾ ਚੜ੍ਹਦੀ ਕਲਾ ਸੀ। ਜਮਨਾ ਤੱਕ ਇੱਧਰ ਲੈ ਲਓ, ਸਤਲੁਜ, ਅਤੇ ਫਿਰ ਬਿਆਸ ਆ ਗਿਆ, ਰਾਵੀ ਆ ਗਈ, ਚਨਾਬ ਆ ਗਿਆ, ਜੇਹਲਮ ਆ ਗਿਆ, ਕਿੱਥੇ ਤੇ ਪਿਸ਼ੌਰ ਤੱਕ, ਇੱਧਰ ਜੰਮੂ ਕਸ਼ਮੀਰ, ਸਾਰੇ ਖਾਲਸੇ ਦੇ ਰਾਜ ਦੀਆਂ ਹੱਦਾਂ ਸੀ। ਸਤਲੁਜ ਪਾਰ ਮਲਵਈ ਰਿਆਸਤਾਂ ਸੀ, ਇੱਧਰ ਮਿਸਲਾਂ ਸੀ। ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋ ਗਿਆ, ਬਾਬਾ ਸਾਹਿਬ ਬੇਦੀ ਦੀ ਕਿਰਪਾ ਹੋ ਗਈ। ਸੋ ਇਸ ਤਰ੍ਹਾਂ ਇਹ ਏਕਤਾ ਸੀ, ਯੂਨਿਟੀ ਸੀ, ਇਤਫਾਕ ਸੀ। ਜਦੋਂ ਬੇਇਤਫਾਕੀ ਆ ਜਾਂਦੀ ਹੈ ਘਰ ਵਿੱਚ, ਇੱਕ ਦੂਜੇ ਵਚਨ ਨਹੀਂ ਮੰਨਦਾ, ਉੱਥੇ ਵੀ ਕਲੇਸ਼ ਹੋ ਜਾਂਦਾ। ਸਮਾਜ ਵਿੱਚ ਉੱਥੇ ਵੀ, ਸੰਸਥਾ ਵਿੱਚ ਲੈ ਲਓ, ਕਮੇਟੀਆਂ 'ਚ ਲੈ ਲਓ, ਜਥੇਬੰਦੀਆਂ ਲੈ ਲਓ, ਜਦੋਂ ਇੱਕ ਦੂਜੇ ਵਚਨ ਨਹੀਂ ਮੰਨਦਾ ਉਦੋਂ ਕਲੇਸ਼ ਹੈ। ਕਿਤੇ ਵੀ ਹੋ ਜਾਏ, ਦੇਸਾਂ, ਰਾਜਾਂ, ਸਮਾਜਾਂ 'ਚ ਵੀ ਉਦੋਂ ਝਗੜੇ ਹੁੰਦੇ ਆ ਜਦੋਂ ਆਪਾਂ ਬਚਨ ਦੀ ਸਾਂਝ ਗਵਾ ਬੈਂਦੇ ਹਾਂ। ਅਤੇ ਜੇ ਬਚਨ ਦੀ ਸਾਂਝ ਹੈ ਫਿਰ ਕੋਈ ਕਲੇਸ਼ ਨਹੀਂ, ਇੱਕ ਦੂਜੇ ਦਾ ਇਤਫਾਕ ਹੈ। ਸੋ ਇਸ ਵਾਸਤੇ ਹੁਣ ਸੀਤਾ ਜੀ ਕਿਉਂ ਹੋਇਆ ਅਤੇ ਲਛਮਣ ਜੀ ਦੀ ਉਹ ਸੇਵਾ ਲਾ ਗਏ, ਕਿਉਂਕਿ 14 ਸਾਲ ਉਹ ਸੁੱਤੇ ਨੇ, ਤੀਰ ਕਮਾਨ ਲਾ ਕੇ ਪਹਿਰਾ ਦਿੰਦੇ ਸੀ, ਅਤੇ ਭਰਾ ਭਰਜਾਈ ਆਰਾਮ ਕਰਨ, ਕਿਉਂਕਿ ਇਸਤਰੀ ਸੀ, ਸੁਰੱਖਿਆ ਕਰਨੀ ਪੈਂਦੀ ਹੈ, ਜੰਗਲਾਂ 'ਚ ਪਹਾੜਾਂ ਜਾਣਾ ਪੈਂਦਾ ਸੀ। ਬਨਵਾਸ ਨੂੰ ਮਿਲਿਆ ਸੀ 14 ਸਾਲ ਦਾ, ਕਿਤੇ ਤਾਂ ਸੰਤਾਂ ਦੇ ਆਸ਼ਰਮ, ਕਿਤੇ ਜੰਗਲ ਪਹਾੜ 'ਚ ਵੀ ਟਾਈਮ ਪਾਸ ਕਰਨਾ ਪੈਂਦਾ ਸੀ। 14 ਸਾਲ ਕਿਹੜੇ ਥੋੜ੍ਹੇ ਹੁੰਦੇ ਆ। ਪਰ ਲਛਮਣ ਜੀ ਪੂਰੇ ਤਤਪਰ, ਹਰ ਵੇਲੇ ਅੰਗ ਰੱਖਿਅਕ ਬਣ ਕੇ ਸੇਵਾ 'ਚ ਰਹਿੰਦੇ ਸੀ। ਉਹਨਾਂ ਦੀ ਸੇਵਾ ਲਾ ਗਏ ਕਿ ਵੀਰ ਜੀ ਤੁਸੀਂ ਭਰਜਾਈ ਦੀ ਰੱਖਿਆ 'ਚ ਰਹਿਣਾ। ਉਹ ਹੁਣ ਜਿਹੜਾ ਮਰੀਚੀਆ ਸੀਗਾ, ਦੁਭਾਸ਼ੀਆ ਸੀ, ਹਰ ਬੋਲੀ ਬੋਲ ਲੈਂਦਾ ਸੀ। ਉਹ ਜਿਹੜੇ ਤੀਰ ਵੱਜਾ, ਹਾਏ ਰਾਮ ਮੈਂ, ਹਾਏ ਲਛਮਣ ਮੈਂ ਮਰ ਗਿਆ। ਉਹ ਸੀਤਾ ਨੇ ਕਿਹਾ ਤੇਰੇ ਭਰਾ ਨੂੰ ਮਾਰਤਾ। ਉਹ ਕਹਿੰਦੇ ਮੇਰੇ ਭਰਾ ਮਨੁੱਖ ਨਹੀਂ ਹੈਗੇ, ਭਗਵਾਨ ਨੇ ਉਹਨਾਂ ਨੂੰ ਕੋਈ ਮਾਰ ਸਕਦਾ। ਦੂਜੀ ਗੱਲ ਇਹ ਵੀ ਹੈ, ਹਰ ਵੇਲੇ ਕੋਈ ਮਾਰ ਜਵਾਲ ਨਾ ਸਕੇ, ਪਰਮਾਤਮਾ ਦੇ ਹੁਕਮ ਨਾਲ ਕੋਈ ਮਾਰ ਜਵਾਲ ਵੀ ਨਹੀਂ ਸਕਦਾ, ਕਿਉਂਕਿ ਜੰਮਣਾ ਮਰਨਾ ਉਹਦੇ ਹੁਕਮ 'ਚ ਹੀ ਹੈ, ਆਪਣੀ ਇੱਛਾ ਨਾਲ ਥੋੜ੍ਹੀ ਹੁੰਦਾ। ਹਾਂਜੀ, ਹੁਣ ਜਿਹੜਾ ਕਲਾਈ ਵੀ ਸੀ ਈਸਟ ਇੰਡੀਆ ਕੰਪਨੀ ਦਾ, ਉਹਨੇ ਕਈ ਵਾਰੀ ਯਤਨ ਕੀਤਾ ਸੀ ਆਤਮ ਘਾਤ ਦਾ, ਉਹ ਮਰਿਆ ਨਾ। ਫਿਰ ਇਹ ਕਹਿੰਦਾ ਤੇਰਾ ਕੋਈ ਪੁੰਨ ਕਰਮ ਆ, ਤੈਨੂੰ ਮਹਾਰਾਜ ਨੇ ਕੋਈ ਬਖਸ਼ਿਸ਼ ਕਰਨੀ ਆ, ਗੋਡ ਨੇ, ਖੁਦਾ ਨੇ, ਪਰਮਾਤਮਾ। ਉਹ ਈਸਟ ਇੰਡੀਆ ਕੰਪਨੀ ਦਾ ਪ੍ਰਧਾਨ ਬਣਿਆ ਅਤੇ ਈਸਟ ਇੰਡੀਆ ਕੰਪਨੀ ਦੇ ਵੱਲੋਂ ਸਾਰੀ ਦੁਨੀਆ ਦੇ ਰਾਜ ਕਰ ਗਈ। ਕਲਾਈ ਵੀ ਸੀ, ਕਈ ਵੀ ਉਹਨੂੰ ਯਤਨ ਕੀਤਾ ਆਤਮ ਘਾਤ ਦਾ, ਹੋਇਆ ਹੀ ਨਹੀਂ, ਕਿਉਂਕਿ ਮਰਨ ਦਾ ਵੀ ਜ਼ੋਰ ਨਹੀਂ, ਜੀਵਨ ਦਾ ਪੌੜੀ 'ਚ ਲਿਖਿਆ ਨਾ, ਮਰਨ ਜ਼ੋਰ ਨਾ ਜੀਵਨ, ਮਰਨ ਨਾ ਜ਼ੋਰ, ਜ਼ੋਰ ਨਾਲ ਰਾਜ ਮਲ ਮਨਸੂਰ। ਰੌਲਾ ਰੱਪਾ ਪਾ ਕੇ ਰਾਜ ਵੀ ਨਹੀਂ ਮਿਲਦਾ ਜ਼ੋਰ ਨਾਲ, ਇਹ ਵੀ ਉਹਦੀ ਬਖਸ਼ਿਸ਼ ਨਾਲ ਹੈ। ਇਹ ਠੀਕ ਹੈ, ਉੱਦਮ ਪ੍ਰਸ਼ਾਰਤ ਕਰਨਾ ਤਾਂ ਠੀਕ ਹੈ, ਪਰ ਉਹਦੀ ਕਿਰਪਾ ਦੇ ਬਿਨਾਂ ਉੱਦਮ ਕੀਤਾ ਵੀ ਕਈ ਵਾਰੀ ਨਿਸਫਲ ਹੋ ਜਾਂਦਾ। ਇਹ ਉਹਦੀ ਬਖਸ਼ਿਸ਼ ਆ, ਇਹ ਸਾਰਾ ਕੁਛ ਸਫਲ ਹੈ। ਹੁਣ ਜਿਹੜੇ ਬੋਲਿਆ ਹਾਏ ਲਛਮਣ ਮਰ ਗਿਆ, ਕਹਿਣ ਲੱਗੀ ਤੇਰੇ ਭਰਾ ਨੂੰ ਮਾਰਤਾ। ਉਹ ਕਹਿੰਦੇ ਮਾਤਾ ਜੀ ਉਹ ਨਹੀਂ ਮਰਦੇ, ਹਟੀ ਨਾ, ਜਿਵੇਂ ਜਿੱਦ ਹੁੰਦੀ, ਪਹਿਲਾਂ ਜਿੱਦ ਹਰਨ ਲਿਆ ਕੇ ਦੇ, ਹੁਣ ਜਿੱਦ ਕੀਤੀ ਵੀ ਜਾ ਤੂੰ। ਉਹ ਕਹਿੰਦੇ ਮਹਾਰਾਜ ਵੀਰ ਜੀ ਮੈਨੂੰ ਜੰਗਲ ਦਾ ਮਾਮਲਾ, ਇਹ ਇਕੱਲੇ ਛੱਡ ਕੇ ਮੈਂ ਕਿਵੇਂ ਜਾਵਾਂ, ਉਹ ਮੇਰੀ ਡਿਊਟੀ ਸੇਵਾ ਲਾ ਕੇ ਗਿਆ, ਮੈਨੂੰ ਉਹਨਾਂ ਦੇ ਬਚਨ ਤੋਂ ਬੇਮੁਖ ਨਾ ਕਰ। ਉਹ ਹਟੀ ਨਾ, ਉਹਨਾਂ ਲਾਮਾ ਹੀ ਕੋਈ ਇਹੋ ਜਿਹਾ ਦਿੱਤਾ ਜਿਹੜਾ ਬਰਦਾਸ਼ਤ ਕਰਨਾ ਔਖਾ ਸੀ। ਅਤੇ ਉਹਨੇ ਫਿਰ ਕੀ ਕੀਤਾ, ਉਹਦੇ ਦੁਆਲੇ ਨਾ ਆਰਾਮ ਦੀ ਕਾਰ ਕੱਢ ਗਿਆ, ਪਿਆ ਤੂੰ ਬਾਹਰ ਨਾ ਜਾਈਂ। ਅਤੇ ਰਾਵਣ ਜਿਹੜਾ ਸੀ ਉਹਨੂੰ ਦਾ ਵਿਚਾਰਿਆ, ਕਿਉਂਕਿ ਰਾਜ ਲੋਕਾਂ ਦੀ CID ਹੁੰਦੀ ਹੈ, ਹੁਣ ਇਕੱਲੇ ਆ, ਹੁਣ ਹੈ ਨਹੀਂ ਕੋਈ ਵੀ, ਇਕੱਲੀ ਸੀ ਤਾਂ ਉਹ ਦਾ ਵਜਾ ਕੇ ਤੇ ਆ ਗਿਆ। ਜਿਹੜੇ ਆਇਆ ਅਤੇ ਭੇਸ ਸਾਧੂ ਦਾ ਬਣਾ ਲਿਆ। ਹਾਂਜੀ, ਇਸ ਵਾਸਤੇ ਕਹਿੰਦੇ ਨਾ ਕਿ ਜਿਹੜਾ ਦੁਸ਼ਟ ਬੰਦਾ ਉਹ ਕਈ ਤਰ੍ਹਾਂ ਦੇ ਪਖੰਡ ਕਰਦਾ। ਹਾਂਜੀ, ਕਪਟ ਸਨੇਹ ਮੋਹੇ ਨਾ ਭਾਵਾ, ਕਪਟ ਦਾ ਛਲਵਲ ਦਿਲੇ ਆਇਆ, ਸਾਧੂਆਂ ਦਾ ਬਾਣਾ ਪਾਇਆ ਅਤੇ ਆ ਕੇ ਉਹ ਮਨ ਰਹਿਣ ਭਿੱਖਿਆ
ਮੰਗੀ। ਤੇ ਉਹ ਸੀਤਾ ਨੇ ਦੇਖਿਆ, ਉਹਨੇ ਵੀ ਦੇਖਿਆ। ਹੁਣ ਉਹ ਮੰਤਰੀ ਤੰਤਰੀ ਇਹਨਾਂ ਗੱਲਾਂ 'ਚ ਤਾਂ ਬਹੁਤ ਹੁਸ਼ਿਆਰ ਸੀਗਾ ਨਾ। ਹੁਣ ਦੇਖਿਆ ਵਿਆਹ ਲਕੀਰ ਕੱਢੀ, ਅੰਦਰ ਗਿਆ ਮੈਂ ਭਸਮ ਹੋ ਜਾਣਾ। ਉਹ ਕਹੇ ਪਏ, ਬਾਹਰ ਆ ਕੇ ਵੇਖਿਆ ਮੈਂ ਸ਼ਰਾਬ ਦੇ ਦੂੰ, ਤੇ ਉਹ ਡਰ ਗਈ। ਹਾਂਜੀ, ਹੁਣ ਲਛਮਣ ਨੇ ਕਿਹਾ ਜੀ ਤੂੰ ਬਾਹਰ ਜਾਈ ਨਾ, ਰਾਮ ਦੀ ਕਾਰ। ਉਹ ਜਿਹੜੇ ਬਾਹਰ ਗਏ ਚੁੱਕ ਲੈ ਗਿਆ, ਅਤੇ ਸਾਲ ਕਿੰਨਾ ਕਸ਼ਟ ਭੋਗਣਾ ਪਿਆ। ਅਤੇ ਉੱਥੇ ਫਿਰ ਕਵੀ ਨੇ ਲਿਖਿਆ ਨਾ, ਜੇਕਰ ਸੀਤਾ ਲੀਕ ਨਾ ਟੱਪਦੀ, ਕਿਉਂ ਰਾਵਣ ਲੈ ਜਾਂਦਾ, ਬਚਨੋਂ ਛੋੜ ਕਵਚਨੋਂ ਹੋਵੇ, ਸੋਈਓ ਧੱਕੇ ਖਾਂਦਾ। ਪਰ ਜੇ ਬਚਨ ਚਾਹੀਏ, ਉਹ ਰਾਮ ਦੀ ਕਾਰ ਜਿਹੜੀ ਹੈ ਰੱਖਿਆ ਕਰਦੀ ਹੈ। ਚੌ ਗਿਰਦ ਹਮਾਰੇ ਰਾਮ ਕਰ, ਕਹਿੰਦੇ ਸਾਡੇ ਚੌ ਗਿਰਦ ਮੈਨੇ 4 ਚੁਫੇਰੇ ਰਾਮ ਦੀ ਕਾਰ ਵਿਛੀ ਹੋਈ ਹੈ। ਦੁੱਖ ਲੱਗਾ ਨਾ ਭਾਈ, ਉਹਨਾਂ ਨੂੰ ਕਿਸ ਤਰ੍ਹਾਂ ਦੁੱਖ ਨਹੀਂ ਲੱਗਦਾ। ਬਾਬਾ ਕਰਮ ਸਿੰਘ ਸਾਹਿਬ ਸੀਗੇ ਹੋਤੀ ਮਰਦਾਨ ਵਾਲੇ, ਕਿਉਂਕਿ ਸਾਰਾ ਉਹ ਦੁਸ਼ਟਾਂ ਦਾ ਇਲਾਕਾ ਸੀ। ਬਹੁਤੇ ਇਹ ਸੀ, ਭਲੇ ਵੀ ਹੁੰਦੇ ਤਾਂ ਹੈਗੇ ਆ, ਪਰ ਜ਼ਿਆਦਾ ਦੁਸ਼ਟ ਚੌਂਕੜੀ ਦਾ ਸੀ ਉੱਧਰ। ਬੰਦੇ ਨੂੰ ਮਾਰਨਾ ਤਾਂ ਕੋਈ ਸਮਝਦੇ ਨਾ ਸੀ। ਅਤੇ ਉਹਨੇ ਕਿਹਾ ਵੀ ਇੱਕ ਸਿੱਖ ਆ ਕੇ ਇੱਥੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦਾ ਪ੍ਰਚਾਰ ਕਰਦਾ, ਸਾਡਾ ਇਸਲਾਮੀ ਦੇਸ਼। ਉਹਨੇ ਸਕੀਮ ਬਣਾਈ ਕਿ ਚਲੋ ਇਹਨਾਂ ਨੂੰ ਅੱਜ ਖਤਮ ਕਰ ਦਈਏ। ਉਹ ਇਹ ਬੁਰਾ ਇਰਾਦਾ ਲੈ ਕੇ ਆ ਗਿਆ। ਜਦੋਂ ਅੱਗੇ ਆਏ, ਸੀਸ ਕਿਤੇ ਪਿਆ, ਲੱਤਾਂ ਕਿਤੇ ਪਈਆਂ, ਬਾਹਾਂ ਕਿਤੇ ਪਈਆਂ। ਉਹ ਕਹਿੰਦੇ ਵੇ, ਕਹਿੰਦੇ ਚਲੋ ਕੋਈ ਹੋਰ ਮਰ ਗਿਆ, ਆਪਾਂ ਦੇ ਕਤਲ ਵੀ ਨਹੀਂ ਪਊ, ਆਪਣਾ ਕੰਮ ਹੋ ਗਿਆ। ਉਹ ਜਿਹੜੇ ਅੱਗੇ ਗਏ, ਉੱਥੇ ਬੈਠੇ ਮਾਲਾ ਫੇਰਦੇ ਆ। ਉਹਨੂੰ ਕਮਾਲ ਦੀ ਗੱਲ ਆ, ਤੂੰ ਉੱਥੇ ਅੰਗ ਜੋਦੇ ਸੀ ਇੱਥੇ। ਫਿਰ ਉਹਨੇ ਉਹ ਤਲਵਾਰ ਚੱਕ ਕੇ ਮਾਰਨ ਲੱਗੇ। ਉਹ ਤਲਵਾਰ ਫੜੀ ਹੋਈ ਸੀ, ਉਹ ਬਾਂਹ ਥੱਲੇ ਹੀ ਨਹੀਂ ਹੋਈ, ਬਾਹਾਂ ਅਕੜ ਗਈਆਂ। ਫਿਰ ਘਗਿਆ ਕੇ ਮੂੰਹ ਝੁਕਾ ਲੈ ਕੇ ਮਾਫੀ ਮੰਗਦੇ, ਬਖਸ਼ ਦਿਓ। ਅਤੇ ਮਹਾਂਪੁਰਖ ਫੇਰ ਦਿਆਲੂ ਹੁੰਦੇ ਆ, ਉਹ ਫਿਰ ਭਲੇ ਪਾਸੇ ਦੀ ਮੱਤ ਦੇ ਕੇ ਭਲੇ ਪਾਸੇ ਲਾਉਂਦੇ। ਉਹ ਜਿਹੜੇ ਫਿਰ ਇਹੋ ਜਿਹਾ ਖੂਨਖਾਰ ਡਾਕੂ, ਬਾਬਾ ਜੀ ਕਹਿੰਦੇ ਇੱਕ ਬੰਦਾ ਮਾਰਨਾ 100 ਗਾਂ ਮਾਰਨ ਦੇ ਬਰਾਬਰ ਆ। ਕਿਸੇ ਵਿਧਵਾ ਨੂੰ ਮਾਰਨਾ 1000 ਗਊਆਂ ਦੇ, ਕਿਸੇ ਸਾਧੂ ਬੰਦਗੀ ਵਾਲੇ ਨੂੰ ਮਾਰਨਾ ਜਿਹੜਾ, ਉਹ ਲੱਖਾਂ ਕਰੋੜਾਂ ਦੇ ਮਾਰਨ ਦੇ ਬਰਾਬਰ ਆ। ਕਿਉਂਕਿ ਬ੍ਰਹਮ ਗਿਆਨੀ ਦੀ ਆਤਮਾ ਵਿਆਪਕ ਹੁੰਦੀ ਹੈ। ਇਹ ਬਹੁਤ ਵੱਡਾ ਪਾਪ ਹੈ ਜਿਹੜਾ ਇਸ ਤਰ੍ਹਾਂ ਦਾ ਹਿੰਸਾ ਕਰਨੀ ਹੈ। ਵੈਸੇ ਤਾਂ ਕਿਸੇ ਜੀਵ ਦਾ ਵੀ ਘਾਤ ਕਰਨਾ ਠੀਕ ਨਹੀਂ, ਪਰ ਇਸ ਵਾਸਤੇ ਸਭ ਦੀ ਰੱਖਿਆ ਕਰਨੀ ਚਾਹੀਦੀ ਹੈ ਜਿੱਥੇ ਤੱਕ ਹੋਵੇ। ਹਾਂਜੀ, ਹੁਣ ਦੇਖੋ ਸੁਬਤਗੀਨ ਸੀਗਾ, ਉਹ ਗਰਭਵਤੀ ਹਰਨੀ ਸੀ। ਅਤੇ ਜਦੋਂ ਆਪਣੇ ਉਹ ਦੌੜਾ ਦੇ ਬੱਚੇ ਪਿੱਛੇ ਰਹਿ ਗਿਆ, ਉਹ ਹਰਨੀ ਦੇਖਦੀ ਹੈ ਤਾਂ ਅੱਖਾਂ 'ਚੋਂ ਅੱਥਰੂ ਵਗਦੇ। ਉਹ ਦੇਖ ਕੇ ਦਇਆ ਆ ਗਈ, ਉਹਨੇ ਫਿਰ ਛੱਡ ਦਿੱਤਾ। ਆਕਾਸ਼ਬਾਣੀ ਹੋਈ, ਉਹ ਸੁਬਤਗੀਨ ਤੂੰ ਮੇਰੇ ਜੀਆਂ 'ਤੇ ਦਇਆ ਕੀਤੀ, ਜਾ ਤੇਰਾ ਰਾਜ ਹੋਊਗਾ। क्योंकि दया धर्म का मूल है, पाप मूलो मान, तुलसी दया न छोड़िए जबला कट में प्राण। मारे भी कहते तौल धर्म दया का पूत, संतोख थप रखे जन सूत। जिहड़ी जीवां ते दया करनी है, ये सब नूं वड्डा पुण्य। अरसस तीर सगल पुन जी दया पुरवान। जिहड़ी जीवां ते दया करनी, 68 तीर्थां दे नहाउण दे बराबर पुण्य वध। जल किसी की हिंसा करनी, किसी का कतल करना, किसी नूं मारना, ये बहुत बड़ा पाप है। इस वास्ते इहो जिहे पाप का कभी सुपने भी फुरना नहीं होना चाहिए। जे किसी की रक्षा करांगे, रब साडी रक्षा करेगा। जे किसी का घात करांगे, साडी रक्षा किवें होएगी। इस वास्ते कहते चौगिरद हमारा राम कर, दुख लगन पाए। राम की कार, राम की रेखा 4 चफेरे उन्होंने विख जाती, उन्होंने किस तरह का दुख नहीं लगता जे उहदे बन गए। धन बाबा करम सिंह साहब है, ਉਹਦੇ बन गए ना, ਉਹਦੇ दास बन गए। उन्हें नहीं कहा भी मैं बहुत बड़ा हाँ, ਜਾਂ दास बन के सेवक बन के रहे। तो मारे फिर रखा करते हैं। चौगिरद हमारे राम कार, 4 चफेरे साढ़े राम की कार विछी है।
दुख लगे न भाई, किस तरह दुख नहीं लगता। सतगुर पूरा भेटिया, जिन्होंने पूरे सतगुर भेटिया मिल गए, सतगुर पूरा भेटिया जिन बनत बनाई। ये सारी बनौट उन्हें बनाई। धन गुरु अंगद साहब को हमाजू आया सी ना, शेरशाह सूरी ने राज खोलिया। फिर कहता किमें बैर मखंब जी नूं, कहता गुरु नानक साहब के घरों बख्शिश मिली सी, उन्होंने गद्दी ते हुण गुरु अंगद साहब जी महाराज खडूर साहब आया, तो महाराज बैठे अपनी मौज च से। इन्हें देखा भी उठ के मेरा सत्कार नहीं किया हैं, मैं राजा। वो कई बार रस्सी सड़ जाती, बाटा नहीं ना जाता, अखबार सड़ी हो तो अखर जा दिसणगे भी हुण तू राजा। कहता राज तो तेरा शेरशाह सूरी ने खोलिया, पर हाले भी होमे भी मेरा राज। वो जिले होमे हंकार से ना, तो तलवार कढ़ के ना मारे तो लगा पार कर, वो बाँह उत्थे ही जड़ हो गई लकड़ मूँह, थले ना होवे। तो महाराज फिर बोले, कहते जिथे तो तलवार चलानी सी हैं, उतों तो कायर हो के भजे आ, हुण फकीरां दे तलवारां चकदा। फिर माफ़ी मंगी, कहते पहला सीधी नहीं तुरया सी, हुणे कपट धारिया, जे सीधी रखदा तो अजे हो जानी, जां हुण 8 साल धक्के खा के फिर हो। सो इस वास्ते ये है कि सतगुर पूरा भेटिया, पूरा सतगुर जिन मिलिया जिन मन तो। ये सारी बनौट जिन्नी है संसार का बनाओ नहीं बनाया, राजसी सृष्टि है, तामसी है, सतुगुणी है, सारी सृष्टि। तो ਜਿਹੜੇ तुरिया ब्रह्म ज्ञान वाले वो भी महापुरख ਉਹਦੇ ही। ये सारी सृष्टि कोई आंडियां तो, कोई जेर तो, कोई पसीने तो, कोई धरती जो वनस्पति है, हाँ जी, ये उन्हें बनाई है। कहानियाँ बाणियाँ, कोई बैखरी बाणी है, कोई मध्यम बाणी है, कोई बसंती है, कोई परा बाणी है, कोई तांतक बाणी है, तत्तां दियां जुदियां जुदियां आवाज़ां। इस तरह कोई पराकर्तक बाणी है, जिमें बंब वगैरह फटते जुदे जुदे। बाकी बोलियां रूप बाणियां बहुत तरह दियां है। कई बार आकाश होंदा दड़म, हवा सी सी कर दी, पानी चुर चुर, अग पक पक कर दी, धरती तक तक कर दी। ये जुदे जुदियां आवाज़ां तत्तां दियां हैगियां, रंग भी जुदे जुदे है। इस वास्ते जिन्होंने पूरा गुरु मिलता वो फिर सोझी दिंदा, समझ दिंदा कि सारी संसार की बनत बनौट उन्हें बनाई है, किसी का बुरा नहीं चित बना। तो जब इत्थे पहुँच जाता, बाबा फरीद हलो पहुँच गया, फरीदा बुरे का भला कर, गुस्सा मन न हटाए, देही रोग न लगे, पल्लै सब किछ पाए। लिया स्लो कर लो, कभी बुरा होगा नहीं, पल्ले भी सब कुछ पै जाऊ। किसी का बुरा करना छड़ दो, मन करके भी ना सोचो, सब का भला सोचो मन करके। हाँ जी, तो महाराज का तो हुक्म ही है, नानक नाम चढ़ती गला तेरे पानी सरबत का भला। सरबत का सर्वे भवंतु सुखी न सर्वे संतो निर्मया, सारे सुख ना बसन, सारिਆਂ ਦੇ मालक दया करे। ये अरदास करनी है। जे ਆਪਾਂ ਦੂਏ ਦਾ भला सोचांगे साड़ा भला हो, घर भला हो भला, अंत भले का भला। जे बुरा करांगे अपना भला कित्थों होगा। कदी किसी का माड़ा नहीं सोचना, मैनू मारांगा, मैनू कुटांगा, मैं आ करांगा, कदी बुरा नहीं सोचना, सब का भला सोचना। सतगुर पूरा भेटिया जिन मन थोड़े, पूरा सतगुर मिलिया। वो समझदा जो ब्रह्म विचार मिलती है कि सारी बनौट बनाई है, जे इसदा बुरा करांगे तो रब का बुरा करांगे, बनाया तो नहीं है। हाँ जी, क्योंकि जिमें घमियार मिट्टी के भांडे जुदे जुदे बनाता, तो जे भांडे की निंदा करते हैं घमियार की निंदा। ये सृष्टि रब ने बनाई है। काहूँ मैं मोती मुक्त हो लो, काहूँ ब्याह लगाई, जिमें भांडे बना किते मोती रंग रोगन बूटे पाँदा, किते सुधारने। इस रब की सृष्टि कई रंगा रंगा की बनाई हुई है, रंगी रंगी पाती कर करनी सी माया जिन्हों पाई वही है। इस करके कभी किसी बुरा नहीं सोचना, सब का भला सोचना। जिन बनत बनाई, जिस परमेश्वर ने बनौट बनाई, राम ने मौका दिया। कहते फिर भला किमें होवे, जिन्हें सारिਆਂ ਦਾ ही भला हो जाए। एक तो गुरमुख प्यारे हैगे आ भला, ਜਿਹੜੇ मनमुख उन्हों का भला किमें। कहते राम ने औखा दिया, ਜਿਹੜੇ गुरु मारिया किरपा करके परमात्मा के नाम की औषधि देंगे। जिमें सज्जन ठाक से, भूमिया चोर से, लखू धाड़वी से, किन्ने से जिन्हें भी महाराज को आए हैं। कोट अपराधी संत सगुदर है, करोड़ां अपराधी हैं, बड़े बड़े पापी जड़े सी,
ਉਹ ਮਹਾਰਾਜ ਨੇ ਤਾਰ ਦਿੱਤੇ। ਕੀ ਮਹਾਰਾਜ ਨੇ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਰੂਪੀ ਦਵਾਈ ਦਿੱਤੀ। ਹਾਂਜੀ, ਸਰਵ ਰੋਗ ਕੋ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਰਾਮ ਨਾਮ ਔਖਦ ਦੀਆ। ਇਹ ਪਰਮਾਤਮਾ ਦੇ ਨਾਮ ਦੀ ਔਸ਼ਧੀ ਦੇ ਦਿੱਤੀ। ਏਕਾ ਲਿਵ ਲਾਏ, ਉਹ ਨਾਮ ਜਪਣ ਵਾਲੇ ਫਿਰ ਇੱਕ ਨਾ ਲਿਵ ਲਾ ਲਈ। ਹਰ ਵੇਲੇ ਧੰਨ ਗੁਰੂ ਨਾਨਕ ਸਾਹਿਬ ਧਿਆਨ ਕਰਦੇ, ਜਾਂ ਜਿੱਥੇ ਕਿਸੇ ਦਾ ਇਸ਼ਟ ਆ ਉਹਦਾ ਕਰਦੇ ਆ। ਇੱਕ ਨਾ ਲਿਵ ਜੋੜ ਲਈ ਹਰ ਵੇਲੇ ਧਿਆਨ ਜਿੱਧਰ ਦੇਖਦੇ ਆ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਨਾਨਕ ਸਾਹਿਬ ਜੀ। ਹੁਣ ਜਿੰਨੇ ਆ ਬਾਬੇ ਪੁੱਛੋਂ ਵਾਲਿਆਂ ਦੀ ਸੰਗਤ ਦੇ ਬੰਦੇ ਆ, ਉਹ ਜਦੋਂ ਬੋਲਣਗੇ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ, ਉਹਨਾਂ ਦਾ ਬੋਲਿਆ ਹੀ ਆ। ਜਿਹੜੇ ਕਾਰ ਸੇਵਾ ਵਾਲੇ ਆ ਉਹ ਸਤਿਨਾਮ ਜੀ, ਵਾਹਿਗੁਰੂ ਜੀ, ਉਹ ਐਂ ਬੋਲਣਗੇ। ਮਹਾਂਪੁਰਖਾਂ ਨੇ ਸਿੱਖਿਆ ਦਿੱਤੀ ਹੈ ਨਾ, ਕੋਈ ਸ਼ਬਦ ਆਪ ਸਹਾਈ ਹੋਆ, ਸੱਚੇ ਦਾ ਸੱਚਾ ਢੋਆ। ਇਸ ਵਾਸਤੇ ਏਕਾ ਲਿਵ ਲਾਏ, ਉਹਨੇ ਇੱਕ ਪਰਮੇਸ਼ਰ ਦੇ ਨਾਮ ਨਾਲ ਲਿਵ ਲਾ ਲਈ, ਸ਼ਬਦ ਨਾਲ ਲਿਵ ਜੋੜ ਲਈ, ਬਿਰਤੀ ਜੋੜ ਲਈ। ਅਤੇ ਜਦੋਂ ਸਾਰਿਆਂ 'ਚ ਦੇਖ ਲਿਆ ਫਿਰ ਰੱਬ ਆ, ਅਤੇ ਫਿਰ ਬੁਰਾ ਕਿਹਦਾ ਕਰਾਂਗੇ। ਜਦੋਂ ਇਹ ਪਤਾ ਲੱਗ ਗਿਆ ਕਿ ਸਭ ਘੱਟ ਰਾਮ ਬੋਲਿਆ, ਰਾਮਾ ਬੋਲਿਆ, ਰਾਮ ਬਿਨਾ ਕੋ ਬੋਲਿਆ ਰੇ। ਫਿਰ ਸਾਰਿਆਂ 'ਚ ਉਹੀ ਕਹਿੰਦੇ ਨੇ ਬਾਬਾ ਅਤਰ ਸਿੰਘ ਜੀ, ਉਹ ਜੰਗਲ ਚਲ ਗਿਆ। ਕਹਿੰਦੇ ਮਹਾਰਾਜ ਇੱਥੇ ਸ਼ੇਰ ਆਉਂਦੇ ਆ। ਕਹਿੰਦੇ ਕੋਈ ਗੱਲ ਨਹੀਂ, ਕਿ ਜੇ ਸਾਨੂੰ ਖਾ ਲੈਣਗੇ ਉਹਨਾਂ ਦੀ ਭੁੱਖ ਮਿਟ ਜੂਗੀ। ਪਰ ਜਿੱਥੇ ਜਦੋਂ ਇਹ ਦ੍ਰਿਸ਼ਟੀ ਬਣ ਜਾ ਕੇ ਸਾਰਿਆਂ 'ਚ ਰੱਬ ਆ, ਫਿਰ ਕੋਈ ਬੁਰਾ ਕਰਦੇ ਨਹੀਂ। ਕਹਿੰਦੇ ਉਹ ਸ਼ੇਰ ਆਏ, ਪਾਣੀ ਪੀ ਕੇ ਪੂਛਾਂ ਲਾ ਕੇ ਚਲਾ ਗਿਆ। ਸਿੰਘ ਬਲਾਈ ਹੋਏਗਾ, ਉਹ ਤ੍ਰਿਣ ਮਿਹਰਦ ਕੀਤਾ। ਜਦੋਂ ਰੱਬ ਨਾਲ ਪਿਆਰ ਪੈ ਜਾਏ, ਸਿੰਘ ਵੀ ਬਿੱਲਾ ਬਣ ਜਾਂਦਾ ਉਹਨਾਂ ਅੱਗੇ, ਉਹ ਵੀ ਮੱਥਾ ਟੇਕਦਾ। ਹੁਣ ਭਰਤਪੁਰ ਰਿਆਸਤ ਸੀ, ਉੱਥੇ ਮਹਾਂਪੁਰਖ ਹੋਏ ਆ ਸੀਤਾ ਰਾਮ ਜੀ, ਬਰਾਗੀ ਸਾਧੂ ਸੀ। ਜਿਲੇ ਹੱਟ ਸਾਹਿਬ ਸੰਤਾਂ ਨੇ ਨੀਂਹ ਰੱਖੀ ਨਾ, ਉਦੋਂ ਮਹਾਂਪੁਰਖ ਆਏ ਆ। ਉਹ ਵੀ ਨਹੀਂ ਸੀ ਜਾਂਦੇ ਹੁੰਦੇ। ਜੰਗਲ ਸੀ ਭਰਤਪੁਰ ਰਿਆਸਤ, ਉੱਥੇ ਕੁੰਡ ਬਣਾਏ ਸੀ, ਕੁੰਡਾਂ 'ਚ ਦੁੱਧ ਪਾ ਦੇਣਾ। ਬੱਕਰੀ ਅਤੇ ਸ਼ੇਰ ਇੱਕ ਕੁੰਡ ਵਿੱਚ ਦੁੱਧ ਪੀਂਦੇ ਸੀ। ਸਿੰਘ ਬਲਾਈ ਹੋਏ ਗਏ, ਤ੍ਰਿਣ ਮਿਹਰਦ ਕੀਤਾ। ਹਾਂਜੀ, ਜਿਹੜਾ ਸਮੇਰ ਪਰਬਤ ਆ ਉਹ ਕੱਖ ਮੂੰਹ ਹੌਲਾ, ਅਤੇ ਜਿਹੜਾ ਸ਼ੇਰ ਆ ਉਹ ਬਿੱਲੀ ਬਣ ਜਾਂਦਾ। ਉਹਨਾਂ ਦੀ ਦ੍ਰਿਸ਼ਟੀ, ਉਹਨਾਂ ਦੀ ਤਪੱਸਿਆ ਇੰਨੀ ਸੀ, ਕਮਾਈ ਇੰਨੀ ਸੀ, ਉੱਥੇ ਆ ਕੇ ਜਾਨਵਰ ਆਪਣਾ ਜਾਤੀ ਸੁਭਾਅ ਹੀ ਬਦਲ ਲੈਂਦੇ ਸੀ। ਬੱਕਰੀ ਦੇ ਸ਼ੇਰ ਇੱਕ ਕੁੰਡ 'ਚ ਦੁੱਧ ਪੀਂਦੇ ਸੀ। ਦੇਖ ਲਓ, ਪ੍ਰਤੱਖ ਸੀਤਾ ਰਾਮ ਜੀ ਮਹਾਂਪੁਰਖ ਸੀ, ਬਰਾਗੀ ਮਹਾਂਪੁਰਖ। ਕਮਾਈਆਂ 'ਚ ਨਹੀਂ ਕੀਤੀਆਂ। ਨਿਉਲਾ ਅਤੇ ਸੱਪ, ਗਊ, ਬਘਿਆੜ, ਬੱਕਰੀ ਦੇ ਬਘਿਆੜ, ਗਊ ਅਤੇ ਸ਼ੇਰ ਇਕੱਠੇ, ਉਹ ਤਪੱਸਿਆ ਦਾ ਪ੍ਰਭਾਵ ਨਾ ਆਪਣਾ ਸੁਭਾਅ 'ਤੇ ਆ ਕੇ ਜਾਂਦੇ ਆ। ਇਸ ਤਰ੍ਹਾਂ ਦੁਸ਼ਟ ਲੋਕ ਵੀ ਜੋ ਸੰਗ 'ਚ ਆਉਂਦੇ, ਉਹਨੇ ਨੇਚਰ ਬਦਲ ਜਾਂਦੀ ਹੈ। ਮਹਾਰਾਜ ਨੇ ਕਿੰਨਿਆਂ ਦੀ ਬਦਲੀ, ਧੰਨ ਗੁਰੂ ਨਾਨਕ ਪਾਤਸ਼ਾਹ। ਬੜੇ ਬੜੇ ਜਿਹੜੇ ਦੁਸ਼ਟ ਲੋਕ ਸੀ, ਉਹਨਾਂ ਦੀ ਦ੍ਰਿਸ਼ਟੀ ਦੇ ਨਾਲ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸ ਹੈ। ਪੂਰਾ ਗੁਰ ਆਖਿਆ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਭੇਖਾ ਹੈ। ਸੰਤ ਜਿਹੜੇ ਅੰਮ੍ਰਿਤ ਦ੍ਰਿਸ਼ਟ ਨੂੰ ਦੇਖਦੇ ਆ, ਦੁਸ਼ਟ ਨੂੰ ਵੀ ਸੰਤ ਬਣਾ ਦਿੰਦੇ ਆ। ਇੰਨੀ ਸ਼ਕਤੀ ਹੁੰਦੀ। ਸੋ ਇਸ ਕਰਕੇ ਰਾਹ ਰਾਖ ਲਈ ਤਾਂ ਰੱਖਣਹਾਰ। ਵਿਸਰਾਮ ਦੇ ਕਹਿੰਦੇ ਰੱਖਣ ਵਾਲੇ ਪਰਮੇਸ਼ਰ ਨੇ ਉਹਨੂੰ ਰੱਖ ਲਿਆ। ਸਭ ਵਿਆਧ ਮਿਟਾਏ, ਆਦਿ ਵਿਆਧੀ ਉਪਾਧੀ, ਤਿੰਨ ਤਰ੍ਹਾਂ ਹੋ ਗਿਆ ਨਾ, ਮਨ ਦੇ ਰੋਗ, ਬਾਣੀ ਦੇ ਰੋਗ ਔਰ ਸਰੀਰ ਦੇ ਰੋਗ। ਗ੍ਰੰਥਾਂ ਵਾਲੇ ਥੋੜ੍ਹਾ ਜਿਹਾ ਮਹਿੰਗਾ ਸ਼ਬਦ ਵਰਤ ਲੈਂਦੇ ਆ, ਅਧਿਆਤਮਕ ਆਦਿ ਭੂਤ ਆਦਿ ਦੈਵ ਆ, ਅਤੇ ਸਿੱਧੇ ਸ਼ਬਦਾਂ ਵਿੱਚ ਮਨ ਦੇ, ਬਾਣੀ ਦੇ, ਸਰੀਰ ਦੇ ਰੋਗ। ਅਰਥ ਉਹ ਹੀ ਆ। ਉਹ ਗ੍ਰੰਥਾਂ ਵਾਲਿਆਂ ਨੇ ਆਪਣਾ, ਜਿਵੇਂ ਵੈਦਕ ਵਾਲੇ ਹੁੰਦੇ, ਉਹਨੀ ਦਵਾਈਆਂ ਦੇ ਨਾਂ ਆਪਣੇ ਹੋਰ ਰੱਖੇ ਹੁੰਦੇ ਆ। ਹਾਂਜੀ, ਹਰਿਦਰਾ ਕਹਿ ਤਾ, ਹਰਿਦਰਾ ਨਾਂ ਹੈਗਾ ਹਲਦੀ ਦਾ ਹੀ ਆ। ਹਾਂਜੀ, ਅਤੇ ਆਪਾਂ ਮਾਰਗ ਉਹ ਹੈਗਾ ਪੁੱਠ ਕੰਡੇ ਦੇ ਨਾਂ। ਹੁਣ ਪੁੱਠ ਕੰਡਾ ਆਮ ਜਾਣਦੇ ਆ। ਇਸ ਤਰ੍ਹਾਂ ਜਿਹੜੇ ਵੱਡੇ ਲੋਕ ਹੁੰਦੇ ਆ ਉਹਨਾਂ ਦੇ ਫਿਰ ਇਸ ਤਰ੍ਹਾਂ ਗ੍ਰੰਥਕਾਰਾਂ ਨੇ ਆਪਣੇ ਨਾਂ ਰੱਖੇ ਹੋਏ ਆ। ਅਰਥ ਵਿੱਚ ਫਿਰ ਮਹਾਂਪੁਰਖ ਸੌਖਾ ਕਰਕੇ ਦੱਸ ਦਿੰਦੇ। ਸਭ ਵਿਆਧ ਮਿਟਾਏ, ਸਭ ਵਿਆਧੀਆਂ ਜਿਹੜੀਆਂ ਸਰੀਰ ਦੇ ਰੋਗ ਸੀ, ਆਦਿ ਵਿਆਧ ਉਪਾਧ, ਉਹ ਸਾਰੇ ਮਿਟਾ ਦਿੱਤੇ। ਕਹੋ ਨਾਨਕ ਕਿਰਪਾ ਪਈ ਪ੍ਰਭ ਐਸਾ। ਮਹਾਰਾਜ ਕਹਿੰਦੇ ਜਦੋਂ ਉਹਦੇ ਦਾਸ ਬਣ ਜੇ, ਉਹ ਮਨ ਦੇ ਰੋਗ ਵੀ, ਤਨ ਦੇ ਰੋਗ ਵੀ, ਬਾਣੀ ਦੇ ਰੋਗ। ਕਈਆਂ ਨੂੰ ਬੋਲਣ ਦੀ ਮਾੜੀ ਆਦਤ ਆ ਨਾ, ਹਰ ਵੇਲੇ ਕੌੜਾ ਹੀ ਬੋਲਣਾ, ਫਿੱਕਾ ਬੋਲਣਾ, ਗਾਲੀ ਗਲੋਚ ਕਰਨੀ, ਕੌੜਾ ਬੋਲਣਾ, ਨਫ਼ਰਤ ਵਾਲੀਆਂ ਗੱਲਾਂ ਕਰਨੀਆਂ, ਈਰਖ ਵਾਲੀਆਂ ਗੱਲਾਂ ਕਰਨੀਆਂ, ਇਹ ਵੀ ਇੱਕ ਬਿਮਾਰੀ ਹੈ। ਮਹਾਰਾਜ ਕਹਿੰਦੇ ਉਹ ਜਿਹੜੇ ਗੁਰਮੁਖ, ਕਿਉਂਕਿ ਜੇ ਅੰਦਰ ਮਨ ਸ਼ਾਂਤ ਆ ਫਿਰ ਸ਼ਾਂਤੀ ਦੀ ਗੱਲ ਕਰੋ,
जे अंदर क्रोध है वो क्रोध दे बस होया फिर गल, जे ईरख आया ईरख वाली गल करूगा, नफरत है नफरत वाली गल करूगा। वो मन के सुभाव नाल बोलदा। तो जिन्हें अपने मन को कंट्रोल कर लिया, मन का सुभाव सही बना लिया, वो बोली भी सही। कि हुण महाराज कहते, महाराज की बोली की है, मिठ बोलड़ा जी हर सज्जन स्वामी मोरा। क्योंकि महाराज के अंदर है ही नहीं सब का भला, वो तो आप निरंकार है, सब सृष्टि का भला करते हैं। इस वास्ते फिर जो महापुरख बन जाते हैं उन्हों की बोली भी बन जाती है। हाँ जी, अमृत जाके मीठे बचन, अमृत रूप मिठे बचन बोलते हैं सब दे। फिर हाँ जी, चले अंबियों झरने, अमृत के झरने ही वगते हैं, हीले रसना के बोलते। बाबा ज्वाला बोलते ही फुल करते मन शांत। वो बहुते लैक्चर थोड़ी देंगे हैं, कमाई वाले संखेप बचन करते हैं सब के भले का, सब शांत करन दा। वो एक बार चल गया साढ़े वो नगर के संत नाल सी, बड़े महापुरख तपस्वी से, श्री मन बाबा हीरा सिंह जी सिंगड़ी वाले सेवक से, संत बाबा मताब सिंह तपस्सी जी कहते, तपस्या बहुत। वो 2-4 घर चो नहीं पेखिया होना, 8वीं पैरी जागना, तो नरोल आजाड़ नदी किनारे भजन बंदगी च रहना। ऐसे त्यागी विरागी महापुरख से वो नाल से ते गए, महाराज कुटिया ही दर्शन मिले किते। तो सवेरे फिर आग्या मंगी, मिले आग्या मंगी, कहने लगे लंगर जल पानी छक लिया। कहते महाराज नगर नेड़े है जा छकांगे, कोई गल नहीं। कहते नहीं चलो लंगर छक के। कई बार लंगर ही उन्होंने भोग नहीं लवाया, तो असीं आ गए, तो महाराज का मन नहीं टेकिया, मगरे आ गए। लांगे नूं कहते भी लंगर छको, कह के चला गया। फिर मुड़िया, हाँ जी, फिर कितने आना बहाना ना करना, हाले भोग नहीं लवाया, अरदास नहीं की। फिर भांडे महाराज ने आप वरताए। फिर मुड़िया तीजी बारी, फिर लंगर वरता के कहन लगे तुहाडे नाम मासूम बच्चा आ, तो आंदर बड़ियां न्याणे दियां कोमल हुंदियां, तो निरने पेट तुरे गए, तो आंदरां नूं बल पै जांदे आ, तो मुड़ के सारी उम्र रोग नहीं जाता। हुण देखो महापुरखों की सोच कित्थे दी हुंदी है, गंभीर सोच कित्थे तक देखते, सब का भला सोचते। ये राख लिए तो रखना, वो रखने वाला परमेश्वर अपने पैरों की रख्या करता है, सब व्याध मिटाए। उन्होंने सारियां आदियां व्याधियां पादियां मिटा देंगे। कौन नानक कृपा पई प्रभ पाए सहाय। पातशाह धन गुरु नानक साहिब बाणी द्वारा पंज पातशाह कृपा करते, कहते उन्होंने गुरमुखां ते कृपा हो गई, प्रभ पाए सहाय। प्रभु उन्होंने सहायता करता है, हर संकट विच हर दुख दे विच सहायता करता है। हुण सरदार गुरदयाल सिंह जी उन्होंने फांसी की सज़ा होनी सी, लाहौर उदों सैशन कोर्ट होंदी सी, ते वो फिर महाराज नूं चेते करे। वो जिले जज लिखण लगा ना फांसी, ते थले अखर बरी पिया हुए, मुसलमान जज से। फिर देखा फिर बरी, तीजी रुपये वो कहता कमाल दी गल, ये की हुंदा, मैं फांसी लिखदा। उन्हें फिर देखा वो हैं, कहते आ एक, हाँ जी, 6 फुट 2 इंच लंबा जवान है, सफेद वस्त्र पाए, मेरी कलम मरोड़ी जाता। कहते कौन है? कहते महाराज साढ़े गुरुदेव आ, मुरशद आ, धन धन बाबा ज्वाला सिंह महाराज। जज कहने लगा, बड़े कामल फकीर उठ के खड़ा हो गया, उतों नमस्कार की। कहने लगा जदों लाहौर आउण मैनूं दर्शन कराने। महाराज हुणी फिर लाहौर ही, उत्थे संगत काफ़ी सी। सरदार ईश्वर सिंह फिर पाकिस्तान बने, वो धौलपुर रियासत चले गए, उधर उन्होंने सी। तो बजुर्ग गुजर गए सारे, तो लाहौर ये बजते सी, उत्थे धौलपुर परिवार वो रहिंदे। तो इस तरह अपने है, तो वो फिर संगत जिले संगत च गए। फिर दसिया फिर मुसलमान सैशन जज प्रसाद भेटा लैके महाराज दर्शन होए, नमस्कार की। कहने लगे महाराज मेरे ते भी खुदा की रहमत होवे, अल्लाह ताला दी। तो महाराज कहते भाई तू
ਤੜਕੇ ਉੱਠਿਆ ਕਰ, ਇਸ਼ਨਾਨ ਕਰਿਆ ਕਰ, ਜੋ ਤੁਹਾਡੇ ਮਤ ਦਾ ਹੈ। ਅਸੀਂ ਦੂਏ ਦਾ ਬੂਟਾ ਪੁੱਟ ਕੇ ਆਪਣੇ ਬਾਗ 'ਚ ਨਹੀਂ ਲਾਉਂਦੇ, ਜਿੱਥੇ ਉੱਥੇ ਪਾਣੀ ਪਾਈਦਾ, ਹਰਾ ਭਰਾ ਰਹਿੰਦਾ। ਕਲਮਾ 1.5 ਘੰਟਾ ਸਵੇਰੇ, ਘੰਟਾ ਸ਼ਾਮ ਨੂੰ, 5 ਨਮਾਜ਼ਾਂ ਪੜ੍ਹਿਆ ਕਰ। ਅਤੇ ਰੋਜ਼ੇ ਰੱਖ ਸਕਦਾ ਰੱਖ ਲੈ। ਅਤੇ ਬਾਕੀ ਭੇਦਭਾਵ ਨਹੀਂ ਰੱਖਣਾ, ਹਿੰਦੂ ਆ, ਸਿੱਖ ਆ, ਮੁਸਲਮਾਨ ਆ, ਕਿਉਂਕਿ ਸਾਰੀ ਜਿਹੜੀ ਸ੍ਰਿਸ਼ਟੀ ਹੈ ਤੁਹਾਡੇ ਕੁਰਾਨ 'ਚ ਲਿਖਿਆ ਰੱਬਲ ਆਲਮੀਨ, ਕਿ ਰੱਬ ਜਿਹੜਾ ਸਾਰੇ ਆਲਮ ਸੰਸਾਰ 'ਚ ਹੈ। ਮੁਹੰਮਦ ਸਾਹਿਬ ਦਾ ਉਪਦੇਸ਼ ਤਾਂ ਇਹੀ ਹੈ ਸਾਰੇ ਮਹਾਂਪੁਰਖਾਂ ਦਾ। ਇਸ ਵਾਸਤੇ ਕਿਸੇ ਦੇ ਨਾਲ ਗੁਨਾਹੀ ਨਹੀਂ ਕਰਨੀ। ਤੈਨੂੰ ਧਰਮਰਾਜ ਦੀ ਕੁਰਸੀ 'ਤੇ ਰੱਬ ਨੇ ਬਹਾਲਿਆ, ਇਹਤੇ ਵੈ ਕਦੀ ਬੇਇਨਸਾਫੀ ਨਹੀਂ ਕਰਨੀ। ਵੱਡੀ ਲੈ ਕੇ ਹੱਕ ਗਵਾਏ, ਇਹ ਕੰਮ ਨਹੀਂ ਕਰਨਾ। ਅਤੇ ਉਹ ਕਹਿੰਦੇ ਮਹਾਰਾਜ ਮੈਂ ਤਾਂ ਵੈਸੇ ਵੀ ਯਤਨ ਕਰਦਾ, ਪਰ ਆਪ ਜੀ ਨੇ ਕਿਰਪਾ ਕਰ ਦਿੱਤੀ ਹੈ। ਕਹਿੰਦੇ ਜਿੱਥੇ ਕੋਈ ਸੇਵਾ ਮਿਲੀ ਹੈ ਉਹ ਨਿਭਾਓ, ਉਹਦੀ ਸੇਵਾ ਧਰਮ ਅਤੇ ਸੇਵਾ ਬਣ ਜਾਂਦੀ ਹੈ, ਉੱਥੇ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ। ਇਸ ਵਾਸਤੇ ਤੈਨੂੰ ਧਰਮਰਾਜ ਦੀ ਕੁਰਸੀ ਮਿਲੀ ਹੈ ਸੰਸਾਰ ਦੇ ਉੱਤੇ, ਅਤੇ ਕਿਸੇ ਨਾਲ ਨਿਆਂ ਨਹੀਂ ਕਰਨਾ। ਅਤੇ ਜੇ ਵੱਡੀ ਲੈ ਕਰੇ ਫਿਰ ਦੇਣਦਾਰ ਹੁੰਦਾ, ਕਿਸੇ ਨੂੰ ਧੱਕਾ ਕਰਨਾ, ਗਰੀਬ ਮਾਰ ਕਰਨੀ, ਇਹ ਨਹੀਂ। ਅਤੇ ਮਹਾਂਪੁਰਖਾਂ ਨੇ ਉਪਦੇਸ਼ ਦਿੱਤਾ, ਉਸ ਨੇ ਵੀ ਸਜਦਾ ਕੀਤਾ, ਮਹਾਂਪੁਰਖਾਂ ਤੋਂ ਆਸ਼ੀਰਵਾਦ ਲਈ। ਇਸ ਕਰਕੇ ਕਹਿੰਦੇ ਆ ਵੀ ਜਦੋਂ ਭਾਈ ਕਿਸੇ ਦੀ ਗੁਰੂ ਪੀਰ ਦੀ ਮਹਾਂਪੁਰਖ ਦੀ ਟੇਕ ਕੋਈ ਲੈਂਦਾ, ਕਹੋ ਨਾਨਕ ਕਿਰਪਾ ਹੋਈ। ਮਹਾਰਾਜ ਕਹਿੰਦੇ ਉੱਤੇ ਕਿਰਪਾ ਹੋ ਜਾਂਦੀ। ਪ੍ਰਭ ਭਏ ਸਹਾਈ, ਜਿਵੇਂ 6ਵੇਂ ਪਾਤਸ਼ਾਹ ਨੇ ਤਰਲੋਕੇ ਦੀ ਲਾਜ ਰੱਖੀ, ਭਾਈ ਕਟਾਰੂ ਦੀ ਵੱਡੇ ਪੂਰੇ ਕੀਤੇ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਇੱਕ ਪ੍ਰਸੰਗ ਤੋਂ ਥੋੜ੍ਹੀ ਹੈ, ਬੇਅੰਤ ਪ੍ਰਸੰਗ ਆ, ਕਿਤੇ ਕਿਤੇ ਮਹਾਰਾਜ ਮਰਦਾਨੇ ਨੂੰ ਕੋਡਾ ਰਾਖਸ਼ ਉਸ ਵੇਲੇ ਸਹਾਇਕ ਹੋ ਗਿਆ, ਰੱਖਿਆ ਕੀਤੀ। ਇਸ ਵਾਸਤੇ ਕਹੋ ਨਾਨਕ ਕਿਰਪਾ ਪਈ। ਮਹਾਰਾਜ ਕਹਿੰਦੇ ਉਹਨਾਂ ਕਿਰਪਾ ਹੋ ਜਾਂਦੀ ਹੈ। ਪ੍ਰਭ ਭਏ ਸਹਾਈ, ਪ੍ਰਭੂ ਉਹਨਾਂ ਦੇ ਸਹਾਇਕ ਬਣ ਜਾਂਦੇ ਹਨ। ਇਹ ਪੰਜਮ ਪਾਤਸ਼ਾਹ ਜੀ ਵੱਲੋਂ ਜੋ ਬਿਲਾਵਲ ਆ ਗਿਆ, ਸੰਪਰਦਾ ਵਾਲੇ ਜਿੰਨੇ ਗੁਰੂ ਪਿਆਰੇ ਆ, ਜਦੋਂ ਸ਼ਾਮ ਨੂੰ ਕੀਰਤਨ ਸੋਹਲੇ ਸਾਹਿਬ ਦਾ ਪਾਠ ਕਰਦੇ ਆ, ਅਤੇ ਉਸ ਵੇਲੇ ਗੁਰੂ ਕਾ ਸ਼ਬਦ ਰਖਵਾਰੇ ਤਾਤੀ ਪਾਉਣ ਲੱਗੇ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ। ਇਹ ਸ਼ਬਦ ਜਿਹੜੇ ਪੜ੍ਹਦੇ ਆ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨਾ ਹੋ, ਨਾ ਤੂੰ ਨਾ ਛੁਟੈ, ਨਿਕਟ ਨਾ ਜਾਈਓ ਦੂਤ। ਇਸ ਵਾਸਤੇ ਫਿਰ ਚਾਰੇ ਸ਼ਬਦ ਪੜ੍ਹ ਕੇ ਮਨ ਮੈਂ ਚਿਤਵ ਚਿਤਵਨੀ ਉਦਮ ਕਰੋ ਹਰਨੀਤ, ਹਰ ਕੀਰਤਨ ਕਾਰੋ ਹਰ ਦੇਵ ਨਾਨਕ ਮੀਤ। ਫਿਰ ਉਹ ਕੀਰਤਨ ਸੋਹਲੇ ਦਾ ਪਾਠ ਕਰਦੇ ਆ। ਕਈ ਇਹ ਵੀ ਨਾਲ ਪੜ੍ਹ ਲੈਂਦੇ ਆ, ਸਿਰ ਮਸਤਕ ਰੱਖਿਆ ਪਾਰੋਂ, ਇਹ ਸ਼ਬਦ ਪੜ੍ਹ ਲੈਂਦੇ ਆ। ਸੋ ਇਸ ਵਾਸਤੇ ਰੱਖਿਆ ਦੇ ਸ਼ਬਦ ਜਿਹੜੇ ਹੈਗੇ, ਮਹਾਰਾਜ ਕਹਿੰਦੇ ਕਹੋ ਨਾਨਕ ਕਿਰਪਾ ਪਈ, ਉਹਨਾਂ 'ਤੇ ਅਕਾਲ ਪੁਰਖ ਦੀ ਕਿਰਪਾ ਹੋ ਜਾਂਦੀ। ਅਤੇ ਬਾਬਾ ਕਰਮ ਸਿੰਘ ਸਾਹਿਬ ਕੋ ਸੂਬੇਦਾਰ ਜੀ ਆਏ ਸੀ, ਮਹਾਰਾਜ ਜੰਗ ਚੱਲੇ ਆ, ਕਿਰਪਾ ਕਰੋ। ਮਹਾਰਾਜ ਕਹਿੰਦੇ ਭਾਈ ਇਹ ਸ਼ਬਦ ਜਿਹੜਾ ਇਹਦਾ ਜਾਪ ਕਰਦੇ ਰਹਿਣਾ, ਅਤੇ ਮਹਾਰਾਜ ਤੁਹਾਡੀ ਰੱਖਿਆ ਕਰਨਗੇ। ਉਹ ਜਾਪ ਕਰਦੇ ਰਹੇ, ਕਹਿੰਦੇ ਗੋਲੇ ਬੜੇ ਹੋਣੇ, ਅਤੇ ਫਿਰ ਚਲੋ ਜੰਗ ਵਿੱਚ ਸ਼ਹੀਦ ਵੀ ਹੋ ਜਾਂਦੇ ਆ, ਪਰ ਨਾਮ ਬਾਣੀ ਦਾ ਵੀ ਆਸਰਾ ਕਾਫੀ ਹੁੰਦਾ, ਮਨ ਹੌਂਸਲੇ 'ਚ ਰਹਿੰਦਾ। ਸੋ ਇਸ ਵਾਸਤੇ ਜਿਹੜੇ ਸੂਰਵੀਰ ਆ ਸਾਡੇ ਆਪਣੇ, ਉਹ ਪਰਿਵਾਰ ਦੇ ਜਿਹੜੇ ਆ ਪਾਕਿਸਤਾਨ ਜੰਗ ਸੀਗਾ, ਅਤੇ ਕੁਲਦੀਪ ਸਿੰਘ ਆਪਣੇ ਕੈਪਟਨ ਬਣੇ ਸੀ, ਹਾਲੇ ਨੌਜਵਾਨ ਹੀ ਸੀਗੇ। ਉਹ ਜੰਗ ਵਿੱਚ ਲੜ ਰਹੇ ਸੀ, ਅਤੇ ਉਹਨਾਂ ਨੇ ਫਿਰ ਸ਼ਹੀਦ ਹੁੰਦਿਆਂ ਚਿੱਠੀ ਲਿਖੀ ਆਪਣੇ ਪਿਤਾ ਨੂੰ, ਕਹਿੰਦੇ ਪਿਤਾ ਜੀ ਮੈਂ ਪਿੱਠ 'ਚ ਗੋਲੀ ਖਾ ਕੇ ਨਹੀਂ ਮਰਿਆ, ਛਾਤੀ 'ਚ ਗੋਲੀਆਂ ਖਾ ਕੇ ਮਰਿਆ। ਇਸ ਵਾਸਤੇ ਅਤੇ ਜਿਹੜੇ ਸ਼ਹੀਦ ਆ ਉਹਨਾਂ ਦੀ ਵੀ ਮਹਾਰਾਜ ਜੇ ਸ਼ਹੀਦ ਵੀ ਹੋਣ ਸੂਰਬੀਰਤਾ ਨਾ ਹੁੰਦੇ, ਅਤੇ ਜੇ ਬਚ ਜਾਣ ਤਾਂ ਮਹਾਰਾਜ ਫਿਰ ਰੱਖਿਆ ਵੀ ਕਰਦੇ ਆ। ਅਤੇ ਜਿਹੜਾ ਸ਼ਹੀਦ ਹੋ ਗਿਆ ਉਹ ਵੀ ਅਮਰ ਹੋ ਜਾਂਦਾ। ਮਹਾਰਾਜ ਕਹਿੰਦੇ ਕੋ ਉਹਨਾਂ ਨੇ ਕਿਰਪਾ ਪਈ, ਉਹਨਾਂ ਦੇ ਮਹਾਰਾਜ ਦੀ ਕਿਰਪਾ ਹੋ ਜਾਂਦੀ। ਪ੍ਰਭੂ ਉਹਨਾਂ ਦੀ ਲੋਕ ਪਰਲੋਕ ਵਿੱਚ ਸਹਾਇਤਾ ਕਰਦਾ ਹੈ। ਇਸ ਵਾਸਤੇ ਅਤੇ ਜੇ ਬਈ ਰਾਜ ਮਿਲ ਗਿਆ, ਆਨੰਦ ਇਸ ਲੋਕ ਦਾ, ਸ਼ਹੀਦ ਹੋ ਗਿਆ ਪਰਲੋਕ ਦਾ, ਇਸ ਵਾਸਤੇ ਸ਼ਹੀਦ ਹਜ਼ਾਰ ਉਮਰ ਹੋ ਜਾਂਦੇ ਆ। ਅਤੇ ਮਹਾਰਾਜ ਕਹਿੰਦੇ ਉਹਨਾਂ ਦੀ ਫਿਰ ਪਰਮੇਸ਼ਰ ਸਹਾਇਤਾ ਕਰਦਾ। ਹੁਣ ਸੀਤਾ ਤੋਂ ਇੱਕ ਵਾਰੀ ਗਲਤੀ ਹੋਈ ਅਤੇ ਕਿੰਨਾ ਕਸ਼ਟ, 1 ਸਾਲ ਕਸ਼ਟ,
ਤੇ ਜੇ ਵਫਾਦਾਰੀ ਨਿਭਾਈ ਪਤੀਵਰਤਾ ਧਰਮ ਤੇ ਉਹਦੀ ਰੱਖਿਆ ਵੀ ਹੋਈ। ਜੇ ਲੰਕਾ ਜਾ ਕੇ ਡੋਲ ਜਾਂਦੀ ਇਹ ਇੱਜ਼ਤ ਥੋੜ੍ਹੀ ਹੋਣੀ ਸੀ। ਤੇ ਜੋ ਧਰਮ ਕਾਇਮ ਰੱਖਿਆ ਤੇ ਦੇਖ ਲਓ ਤ੍ਰਿਜਟਾ ਜਿਹੜੀ ਸੀ ਉੱਤੇ ਲਾਈ ਹੋ ਸੀ, ਹੈਗੀ ਉਹ ਦੇਵਤਾ ਰੂਹ ਸੀ। ਹੁਣ ਦੱਸਣਾ ਵੀ ਰਾਵਣ ਬੜਾ ਚਲਿਆ ਛਲ ਕਰੂਗਾ। ਅੱਜ ਇਹਨੇ ਇੱਕ ਸਿਰ ਲਿਆਉਣਾ ਮਾਇਆ ਦਾ ਰਚ ਕੇ ਖੂਨ ਚਾਹੁੰਦਾ ਉਹ ਬਿਲਕੁਲ ਰਾਮਚੰਦਰ ਦਾ ਮੂੰਹ ਹੋਊਗਾ, ਦੇਖੀ ਡੋਲਣਾ ਜੀ। ਮਾਤਾ ਜੀ ਤਾਂ ਅੱਗੇ ਦ੍ਰਿੜ ਸੀਗੇ ਤੇ ਦੇਖ ਉਹ ਬਣਾਸੀ ਮੈਂ ਮਾਰਤਾ ਉੱਧਰ ਤੁਰੀ ਫਿਰਦੀ ਫਰਮਾਉਣ ਦਾ, ਪਰ ਉਹਨਾਂ ਨੇ ਨੇਤਰ ਪੱਟ ਕੇ ਵੀ ਨਹੀਂ ਦੇਖਿਆ। ਰਾਮ ਸ਼੍ਰੀ ਰਾਮ ਜਾਪ। ਅਤੇ ਜੇ ਉਹਨਾਂ ਨੇ ਪਤੀਵਰਤਾ ਧਰਮ ਸੱਤ ਧਰਮ ਪੂਰਾ ਨਿਭਾਇਆ, ਇੱਕ ਗਲਤੀ ਕਰਕੇ ਕਿੰਨਾ ਕਲੇਸ਼ ਭੋਗਿਆ। ਅਤੇ ਜੇ ਸੱਤ ਧਰਮ ਨਿਭਾਇਆ ਤਾਂ ਦੇਖ ਲਓ ਮਹਾਰਾਜ ਰੱਖਿਆ ਕੀਤੀ। ਅਤੇ ਅੱਜ ਭਗਵਾਨ ਦਾ ਨਾਮ ਲੋਕ ਬਾਅਦ 'ਚ ਲੈਂਦੇ ਆ, ਮਾਤਾ ਦਾ ਨਾਮ ਪਹਿਲਾਂ ਲੈਂਦੇ। ਸੀਤਾ ਰਾਮ, ਕੋਈ ਰਾਮ ਸੀਤਾ ਨਹੀਂ ਜਪਦਾ। ਜਿੰਨਾ ਸਨਾਤਨੀ ਸਮਾਜ ਆ ਸੀਤਾ ਰਾਮ ਜਪਦੇ ਆ। ਜੈ ਸੀਆ ਰਾਮ, ਪਹਿਲਾਂ ਸੀਤਾ ਦੀ ਜੈ ਹੁੰਦੀ ਫਿਰ ਰਾਮ ਦੀ ਹੁੰਦੀ, ਕਿਉਂ ਪਤੀਵਰਤਾ ਧਰਮ 'ਚ ਪੂਰੇ ਰਹੇ। ਮਨੁੱਖ ਸਤੀਵਰਤਾ ਧਰਮ 'ਚ ਪੂਰਾ ਹੋਵੇ, ਇਸ ਤਰੀ ਪਤੀਵਰ। ਅਤੇ ਸੀ ਦ੍ਰੋਪਦੀ ਲੈ ਲਓ, ਇੱਕ ਵਾਰੀ ਗਲਤੀ ਹੋਈ ਜਾਂਦੇ ਆ ਕਿੰਨਾ ਕਲੇਸ਼ ਸ਼ੁਰੂ ਹੋ ਗਿਆ। ਪਰ ਜੇ ਪਤੀਵਰਤਾ ਧਰਮ ਪੂਰਾ ਸੀ ਹਾਂਜੀ, ਅਤੇ ਫਿਰ ਉਹਦੇ ਕਰਕੇ ਉਹਦੀ ਬਈ ਰੱਖਿਆ ਵੀ ਹੋਈ ਹਾਂਜੀ। ਅੱਖੀ ਮੀਟ ਧਿਆਨ ਧਰ ਹਾ ਕ੍ਰਿਸ਼ਨ ਕਰੇ ਬੁਲਾਉਂਦੀ, ਕੱਪੜ ਕੋੜ ਸਾਰਨ ਥੱਕੇ ਦੂਤ ਨਾ ਪਾਰ ਵਸਾਉਂਦੇ, ਨਾਥ ਨਾਥਾਂ ਬਣ ਤੁਰ। ਫਿਰ ਮਹਾਰਾਜ ਰੱਖਿਆ ਕਰਦੇ। ਗੁਰਸਿੱਖਾਂ ਦੇ ਪ੍ਰਸੰਗ ਆ, ਬਾਬੇ ਦੀ ਚੰਦਾ ਪੜ੍ਹ ਲਓ, ਹੋਰ ਕਿੰਨੇ ਪ੍ਰਸੰਗ ਆ। ਕੋਈ ਸਮਾਂ ਆਇਆ ਸਿੰਘਣੀਆਂ ਦੇ ਪੜ੍ਹ ਲਓ, ਗੁਰਸਿੱਖਾਂ ਦੇ ਸਾਰਾ ਇਤਿਹਾਸ ਹੀ ਗੁਰੂ ਘਰ ਦਾ। ਤਾਂ ਬੇਅੰਤ ਤੋਂ ਬੇਅੰਤ ਚੜ੍ਹਦਾ ਤੋਂ ਚੜ੍ਹਦਾ ਹੈ। ਕਹੋ ਨਾਨਕ ਪ੍ਰਭ ਪਾਵੇ, ਉਹਨਾਂ 'ਤੇ ਕਿਰਪਾ ਹੋ ਜਾਂਦੀ। ਪ੍ਰਭ ਭੈ ਸਹਾਈ, ਪ੍ਰਭੂ ਸਹਾਇਤਾ ਕਰਦੇ। ਜੇ ਆਪਣੀ ਦ੍ਰਿਸ਼ਟੀ ਇਹ ਬਣਾ ਲਈਏ ਭਾਈ ਕਨ੍ਹਈਏ ਵਾਲੀ ਸਾਰਿਆਂ ਵਿੱਚ, ਜਾਂ ਪੇਖੋ ਤੈਂ ਹਜ਼ੂਰ ਦੂਰ ਕਤੋਂ ਨਾ ਜਾਈ, ਰੱਬ ਰਹਿ ਸਰਵਤਰ ਮੈਂ ਮਨ ਸਦਾ ਤੇ ਆਈ। ਹਾਂਜੀ, ਕਿ ਮਨ ਤੋਂ ਬੁਰਾ ਜਿਹੜਾ ਮਿਟਾਉਣਾ, ਇਸ ਵਾਸਤੇ ਸਭ ਦਾ ਭਲਾ ਸੋਚਣਾ। ਜਿਹੜਾ ਸਾਰਿਆਂ ਦਾ ਭਲਾ ਸੋਚਦਾ ਉਹਦਾ ਕੋਈ ਬੁਰਾ ਨਹੀਂ, ਮਹਾਰਾਜ ਉਹਦਾ ਆਪ ਭਲਾ ਕਰਦੇ, ਮਹਾਰਾਜ ਆਪ ਉਹਦੀ ਸਹਾਇਤਾ ਕਰਦੇ। ਇਸ ਕਰਕੇ ਪੰਜਾਬੀ ਦੀ ਵੀ ਕਹਾਵਤ ਆ, ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। ਸੋ ਇਸ ਵਾਸਤੇ ਵੱਡਿਆਂ ਦਾ ਸਤਿਕਾਰ ਕਰੋ, ਛੋਟਿਆਂ ਨੂੰ ਪਿਆਰ ਕਰੋ, ਕਿਸੇ ਨਾਲ ਦਵੈਸ਼ ਨਾ ਕਰੋ, ਈਰਖਾ ਨਾ ਕਰੋ, ਘਿਰਣਾ ਨਾ ਕਰੋ, ਨਫ਼ਰਤ ਨਾ ਕਰੋ, ਕਿਸੇ ਦਾ ਬੁਰਾ ਨਾ ਸੋਚੋ, ਸਭ ਦਾ ਭਲਾ ਸੋਚੋ। ਮਨ 'ਚ ਬੁਰਾਈ ਆਉਂਦੀ ਅਰਦਾਸ ਕਰੋ, ਮਹਾਰਾਜ ਇਹ ਬੁਰੀਆਂ ਆਦਤਾਂ ਤੋਂ ਬਚਾਓ, ਚੰਗੇ ਪਾਸੇ ਲਾਓ, ਸਾਡੇ ਮਾੜੇ ਕਰਮ ਬਖਸ਼ੋ। ਹਰ ਵੇਲੇ ਅਰਦਾਸ ਕਰਨੀ ਆ। ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਓ। ਪਾਪੀ ਬੜ ਗੁਨਾਹਗਾਰ, ਜੇਤਾ ਸਮੂਹ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ ਦਇਆ ਕਰੋ, ਕਿਛ ਮੇਰ ਪਾਉ ਡੁੱਬਦੇ ਪੱਥਰ ਤਾਰੇ। ਜਿਹੜਾ ਅਗਨ ਬਰਾਬਰ ਤਪੈ, ਪੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣਿਆ, ਸੁੱਖ ਹੋਵੈ ਦਿਨ ਰਾਤੀ। ਹੁਣ ਦੇਖੋ ਸਦਨੇ ਕਸਾਈ ਦੀ ਕਿਵੇਂ ਰੱਖਿਆ ਹੋਈ। ਕਬੀਰ ਦੇ ਪ੍ਰਸੰਗ ਪੜ੍ਹ ਲਓ, ਨਾਮਦੇਵ ਦੇ ਪੜ੍ਹ ਲਓ। ਗੰਗਾ 'ਚ ਮੁਸ਼ਕਾਂ ਮੰਨ ਕੇ ਸੁੱਟਿਆ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮੇਰੇ ਸ਼ਾਲਾ ਉੱਪਰ ਬੈਠੇ ਕਬੀਰ। ਰਵਿਦਾਸ ਸਾਹਿਬ ਦੇ ਪੜ੍ਹ ਲਓ, ਕਿੰਨੇ ਸੰਕਟ ਆਏ, ਮਹਾਰਾਜ ਰੱਖਿਆ ਕਰਦੇ ਆ ਜੇ ਉਹਦੇ ਬਣ ਜਾਈਏ। ਸੋ ਇਸ ਵਾਸਤੇ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ। ਇਹ ਬਾਣੀ ਦੀ ਵਿਚਾਰ ਕਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਹੋਇਆ। ਸੱਚੇ ਪਾਤਸ਼ਾਹ ਕਿਰਪਾ ਕਰਨੀ, ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਨਿਵਾਸ ਕਰਨ। ਸਾਰੀਆਂ ਸੰਗਤਾਂ ਦਾ ਭਲਾ ਹੈ, ਕਿਉਂਕਿ ਸੁਣ ਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਬਾਜੇ ਅਨਹਦ ਤੂਰੇ। ਫਿਰ ਜਸ ਰੂਪੀ ਬਾਜੇ ਵੱਜਦੇ ਆ ਜੇ ਗੁਰੂ ਨਾਲ ਜੁੜ ਜਾਈਏ। ਜੇ ਗੁਰੂ ਨਾਲ ਜੁੜ ਕੇ ਮਾੜੇ ਕੰਮ ਕਰਾਂਗੇ ਫਿਰ ਤਾਂ ਆਪ ਜਸਿਆ ਨਾ, ਮਾੜਿਆਂ ਦਾ ਵੀ ਹੈ ਚੰਗਿਆਂ ਦਾ। ਫਿਰ ਮਾੜਿਆਂ ਨੂੰ, ਗੰਗੂ ਵਰਗਿਆਂ ਨੂੰ ਲਾਹਨਤਾਂ ਪੈਂਦੀਆਂ, ਅਤੇ ਸਾਹਿਬਜ਼ਾਦਿਆਂ ਦੇ ਫੁੱਲਾਂ ਦੀ ਵਰਖਾ ਹੁੰਦੀ ਹੈ। ਮਾਤਾ ਜੀ ਦੇ ਹੈਗੇ ਕੋਈ ਸਮੇਂ ਦੇ ਆ, ਹੁਣ ਚੰਦੂ ਵੀ ਉਸ ਸਮੇਂ ਦਾ ਅਤੇ ਮਹਾਰਾਜ ਵੀ। ਅਤੇ ਜਿਹੋ ਜਿਹਾ ਕੰਮ ਕਰਦਾ ਫਿਰ ਉੱਥੇ ਤਾਂ ਹਰ ਵੇਲੇ ਭੁੱਬਲ ਸਿਰ 'ਚ ਪੈਂਦੀ ਹੈ। ਜਿਹਨੇ ਚੰਗੇ ਕੰਮ ਕੀਤੇ ਉਹਨਾਂ ਦੀ ਫਿਰ ਹਰ ਮੰਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਫਿਰ ਜੇ ਮਾੜਾ ਕੰਮ ਕਰਨ ਸੋਚਦੇ ਹਾਂ ਉਹਦਾ ਫਲ ਦੁੱਖ ਹੈ। ਚੰਗਾ ਸੋਚੋ, ਭਲਾ ਸੋਚੋ, ਆਪਣਾ ਵੀ ਭਲਾ ਹੋਵੇਗਾ, ਦੂਏ ਦਾ ਵੀ ਭਲਾ ਸੋਚੋ। ਕਦੀ ਬੁਰਾਈ ਨੇੜੇ ਨਾ ਆਉਣ ਦਿਓ। ਹਾਂਜੀ, ਵੀਰਾ ਆਪਨ ਬੁਰਾ ਮਿਟਾਵੇ ਤਾਂ ਹੁਣ ਬੁਰਾ ਨਿਕਟ ਨਹੀਂ ਆਵੇ। ਪਾਤਸ਼ਾਹ ਦੀ ਬਾਣੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਮਹਾਰਾਜ ਸਭ ਦਾ ਭਲਾ ਕਰਨ, ਚੜ੍ਹਦੀ ਕਲਾ, ਖਾਲਸਾ ਪੰਥ ਏਕਤਾ ਉਤਪਾਦ ਬਖਸ਼ਣ, ਸਾਰੇ ਵਿਸ਼ਵ ਦਾ ਹੀ ਭਲਾ ਕਰਨ। ਸਾਨੂੰ ਸਾਰਿਆਂ ਨੂੰ ਸੋਝੀ ਦੇਵੇ ਮਹਾਰਾਜ ਦੇਣ।
ਅਸੀਂ ਕਦੀ ਕਿਸੇ ਦਾ ਬੁਰਾ ਨਾ ਸੋਚੀਏ, ਸਭ ਦਾ ਭਲਾ ਸੋਚੀਏ। ਸਭ ਦਾ ਭਲਾ ਹੈ, ਸਾਰਿਆਂ ਵਿੱਚ ਅਸੀਂ ਹਾਂ, ਫਿਰ ਸਾਡਾ ਵੀ ਭਲਾ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਵਾਇਓ। ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਪੀ ਸਚ, ਨਾਨਕ ਹੋਸੀ ਪੀ ਸਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਪੀ ਸਚ, ਨਾਨਕ ਹੋਸੀ ਪੀ ਸਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਪੀ ਸਚ, ਨਾਨਕ ਹੋਸੀ ਪੀ ਸਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਪੀ ਸਚ, ਨਾਨਕ ਹੋਸੀ ਪੀ ਸਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਪੀ ਸਚ, ਨਾਨਕ ਹੋਸੀ ਪੀ ਸਚ। ਵਾਹਿਗੁਰੂ 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 ਵਾਹਿਗੁਰੂ। ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਤ ਬਾਬਾ ਅਜੀਤ ਸਿੰਘ ਜੀ ਬਰਿੰਡੇ ਦੇ ਇਲਾਕੇ 'ਚ ਉਹ ਨਥਮਲਪੁਰ ਪਿੰਡ ਆ, ਉੱਥੇ ਘਰੇ ਰਹਿੰਦੇ ਸੀ। ਆਪ ਖੇਤੀ ਕਰਦੇ ਸੀ, ਕਿਸੇ ਤੋਂ ਪੈਸਾ ਵਗੈਰਾ ਗ੍ਰਹਿਣ ਨਹੀਂ ਕਰਦੇ। ਆਪਣੀ ਕਿਰਤ 'ਚੋਂ ਹੀ ਆਈ ਗਈ ਸੰਗਤ ਨੂੰ ਲੰਗਰ ਪਾਣੀ ਛਕਾਉਂਦੇ ਸੀ। ਜਨਮ ਤੋਂ ਬ੍ਰਹਮ ਗਿਆਨੀ ਸਿੱਧ ਪੁਰਖ ਸਗੇ। ਉਹ ਮਹਾਂਪੁਰਖਾਂ ਕੋਲ ਦੁਖੀ ਸੰਗਤ ਜਦੋਂ ਆਉਂਦੀ ਸੀ, ਜ਼ਿਆਦਾ ਇਹ ਸ਼ਬਦ ਪੜ੍ਹਨੇ, ਸੰਤ ਜਨਾ ਮਿਲ ਹਰ ਜਸ ਗਾਇਓ, ਉਠਤ ਬੈਠ ਸੁਖੀਆ ਬੈਠੇ ਸੁਖੀਆ, ਇਹ ਉਪਦੇਸ਼ ਦੇਣਾ। ਅਤੇ ਮਹਾਂਪੁਰਖਾਂ ਦਾ ਇਹ ਸਮਝੋ, ਇਹ ਸ਼ਬਦ ਤਕੀਆ ਕਲਾਮ ਨਹੀਂ ਸੀ। ਸੰਗਤ ਨੂੰ ਹਮੇਸ਼ਾ ਪੇ ਬਾਣੀ ਇਹ ਕਹਿੰਦੀ ਹੈ, ਇਹਨਾਂ ਸ਼ਬਦਾਂ ਦੁਆਰਾ ਉਹਨਾਂ ਨੇ ਜ਼ਿਆਦਾ ਸੰਗਤ ਨੂੰ, ਹੋਰ ਵੀ ਸ਼ਬਦ ਸੀਗੇ ਪਰ ਮੁੱਖ ਇਹ ਉਪਦੇਸ਼ ਉਹਨਾਂ ਨੇ ਦੇਣਾ ਵੀ ਭਾਈ ਆਪਣੀ ਰਹਿਤ ਮਰਜ਼ਾਦਾ ਠੀਕ ਰੱਖੋ, ਆਪਣਾ ਪਹਿਨਣਾ ਬਣਾਉਣਾ ਖਾਣਾ ਪੀਣਾ ਰਹਿਣਾ ਸਹਿਣਾ ਸਹੀ ਰੱਖੋ। ਅੱਜ ਹੁਣ ਦੇਖੀਦਾ ਕਿ ਸਾਰੇ ਸੰਸਾਰ ਦੇ ਡਾਕਟਰ ਇਹ ਹੀ ਬਚਨ ਕਹਿਣ ਲੱਗ ਪਿਆ ਕਿ ਮਾਦਕ ਚੀਜ਼ਾਂ ਤੋਂ ਬਚੋ, ਨਸ਼ਿਆਂ ਤੋਂ ਬਚੋ, ਔਰ ਜਿਹੜੇ ਤੁੜਕੇ ਛਮਕੇ ਇਹਨਾਂ ਤੋਂ ਬਚੋ। ਬਿਮਾਰੀਆਂ ਐਸੀਆਂ ਪੈਦਾ ਹੋ, ਸ਼ੂਗਰ ਆ, ਬਲੱਡ ਪ੍ਰੈਸ਼ਰ ਆ, ਹਾਰਟ ਦੀਆਂ ਹੋਰ ਰਸੌਲੀਆਂ, ਕੈਂਸਰ ਆ। ਅਤੇ ਸੋਚੀਦਾ ਸੀ ਵੀ ਮਹਾਂਪੁਰਖਾਂ ਨੇ ਕਹਿਣਾ, ਲੋਕਾਂ ਨੂੰ ਵੀ ਲੈ ਬਾਬਾ ਜੀ ਰੋਕਦੇ ਆ। ਹੁਣ ਉਹ ਦੇਖ ਲਓ ਮਹਾਂਪੁਰਖਾਂ ਦੇ ਜਿਹੜੇ ਬਚਨ ਆ ਸਾਰੇ ਸੰਸਾਰ 'ਤੇ ਹੀ ਡਾਕਟਰਾਂ ਦੀ ਰਸਨਾ 'ਤੇ ਆ ਗਿਆ। ਸਾਰੇ ਇਹੀ ਕਹਿੰਦੇ ਲੈ ਵੀ ਆਹ ਚੀਜ਼ਾਂ ਨਾ ਖਾਓ, ਆਹ ਨਾ ਖਾਓ, ਕਿਉਂਕਿ ਮਹਾਂਪੁਰਖ ਜਿਹੜੇ ਬੋਲਦੇ ਆ ਉਹ ਸਰਬੱਤ ਦੇ ਭਲੇ ਦਾ ਤ੍ਰੈ ਕਾਲਦਰਸ਼ੀ ਹੁੰਦੇ ਆ। ਸੋ ਇਸ ਵਾਸਤੇ ਐਸੇ ਮਹਾਂਪੁਰਸ਼ਾਂ ਨੂੰ ਵੀ ਕੋਟਾਂ ਨੂੰ ਕੋਟ ਵੇਰੀ ਨਮਸਕਾਰ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਇਹ ਬਾਣੀ ਦਾ ਉਪਦੇਸ਼ ਸਾਡੇ ਹਿਰਦਿਆਂ 'ਚ ਨਿਵਾਸ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।